ਜਿਸ ਸਿਸਟਮ ਦੇ ਵਿੱਚ ਇਹ ਸਾਰਾ ਕੁਝ ਹੋਇਆ, ਜਿਸ ਸਿਸਟਮ ਕਰਕੇ ਮੈਨੂੰ ਆਈਪੀਐਸ ਦੀ ਨੌਕਰੀ ਛੱਡਣੀ ਪਈ, ਕਿਸੇ ਹੋਰ ਨੂੰ ਇਸ ਤਰੀਕੇ ਦੇ ਨਾਲ ਵਿਕਟਿਮ ਨਾ ਬਣਾਇਆ ਜਾ ਸਕੇ, ਇਸ ਕਰਕੇ ਅਸੀਂ ਟੋਟਲ ਪੋਲੀਟੀਕਲ ਰਿਵੋਲੂਸ਼ਨ ਸਟਾਰਟ ਕੀਤਾ। ਉਹ ਜੋ ਅਸੀਂ ਪੁਲਿਸ ਦੇ ਵਿੱਚ ਰਹੇ ਹਾਂ ਜੀ, ਹਾਂਜੀ, ਬਹੁਤ ਸਾਰੇ ਲੋਕ ਸਿਕਿਉਰਿਟੀ ਸੇ ਵੀ ਹੁੰਦੇ ਨੇ ਜੀ ਕਿ ਸਿਕਿਉਰਿਟੀ 4 ਗਨਮੈਨ आगे चार पीछे 2 ਗੱਡੀਆਂ ਐਕਸਟਰਾ ਲੋਕਾਂ ਦੇ ਨਾਲ। ਮੈਂ ਇਹੀ ਬੋਲਦਾ ਹਾਂ ਕਿ ਜਦੋਂ ਤੁਹਾਨੂੰ ਇੰਨਾ ਹੀ ਜ਼ਿਆਦਾ ਡਰ ਹੈ ਤਾਂ ਤੁਸੀਂ ਕਿਉਂ ਪਬਲਿਕ ਲਾਈਫ ਦੇ ਵਿੱਚ ਆ ਰਹੇ ਹੋ? ਆਪਣੇ ਘਰ ਦੇ ਵਿੱਚ ਬੈਠੋ, ਠੀਕ ਹੈ। ਉਹਨਾਂ ਲੋਕਾਂ ਤੋਂ ਹੀ ਤੁਹਾਨੂੰ ਡਰ ਲੱਗਦਾ ਹੈ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜਿਤਾਇਆ, ਠੀਕ ਹੈ ਕਿ ਨਹੀਂ? ਤਾਂ ਫਿਰ ਤੁਹਾਡੇ ਆਉਣ ਦਾ ਕੀ ਮਤਲਬ ਹੈ ਜੀ? ਪੰਜਾਬੀ ਮੀਡੀਅਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਨੇ ਸ਼੍ਰੀ ਕੁੰਵਰ ਵਿਜੇ ਪ੍ਰਤਾਪ, ਜੋ ਕਿ ਅੰਮ੍ਰਿਤਸਰ ਨਾਰਥ ਕੌਂਸਟੀਟੂਐਂਸੀ ਦੇ ਐਮਐਲਏ ਨੇ ਤੇ ਬਤੌਰ ਆਈਪੀਐਸ ਅਧਿਕਾਰੀ ਪੰਜਾਬ ਪੁਲਿਸ 'ਚ ਰਹਿ ਚੁੱਕੇ ਨੇ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਫॉर ਗਿਵਿੰਗ ਅਸ ਯੋਰ ਪ੍ਰੀਸ਼ੀਅਸ ਟਾਈਮ। ਤੇ ਸਰ, ਇਹ ਥੋੜਾ ਅਨਸਕ੍ਰਿਪਟਡ ਰਹੇਗਾ, ਥੋੜਾ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਗੋਲਸ, ਫਿਊਚਰ ਬਾਰੇ, ਜੋ ਤੁਸੀਂ ਕਰੰਟ ਸਰਵ ਕਰ ਰਹੇ ਹੋ ਅੰਮ੍ਰਿਤਸਰ ਨਾਰਥ ਨੂੰ। ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਰ, ਇੱਕ ਚੀਜ਼ ਮੈਂ ਪਤਾ ਕੀਤੀ ਤੁਹਾਡੇ ਬਾਰੇ, ਟੋਟਲ ਰੈਵੋਲੂਸ਼ਨ, ਟੋਟਲ ਪੋਲੀਟੀਕਲ ਰਿਵੋਲੂਸ਼ਨ। ਸਰ, ਕੀ ਵਿਊਜ਼ ਹੈ ਤੁਹਾਡੇ ਤੇ ਤੇ ਕੀ ਤੁਹਾਡੇ ਇਸ ਬਾਰੇ ਸੋਚਣੇ ਸਰ? ਨਹੀਂ, ਦੇਖੋ, ਜਦੋਂ ਮੈਂ ਆਈਪੀਐਸ ਸਰਵਿਸ ਦੇ ਵਿੱਚ ਸੀਗਾ, ਉਦੋਂ ਤੁਸੀਂ ਦੇਖੋਗੇ ਪੋਲਿਟਿਕਸ ਦਾ ਮੈਂ ਬਹੁਤ ਵੱਡਾ ਵਿਕਟਿਮ ਰਿਹਾ। ਰਾਈਟ, ਪੋਲਿਟਿਕਸ ਦਾ ਵਿਕਟਿਮ। ਹਾਂਜੀ, ਜੇਕਰ ਪੰਜਾਬ ਦੇ ਵਿੱਚ 1 ਤੋਂ ਲੈ ਕੇ 10 ਤੱਕ ਪੋਲਿਟਿਕਸ ਦੇ ਵਿਕਟਿਮਸ ਨੂੰ ਤੁਸੀਂ ਦੇਖੋਗੇ ਤੇ ਕਿਸੇ ਨਾ ਕਿਸੇ ਥਾਂ ਤੇ ਮੇਰਾ ਵੀ ਪੋਜੀਸ਼ਨ ਆ ਜਾਏਗਾ, ਪਹਿਲੇ 5 ਦੇ ਵਿੱਚ ਹੀ ਆ ਜਾਣਾ। ਜਦੋਂ ਬਰਗਾੜੀ ਕੋਟਕਪੂਰਾ ਕੇਸ ਦੇ ਬਾਰੇ 9 ਅਪ੍ਰੈਲ ਨੂੰ ਜੋ ਕੁਝ ਵੀ ਹੋਇਆ ਤੇ ਉਸ ਘਟਨਾਕ੍ਰਮ ਤੋਂ ਬਾਅਦ ਆਗੇ ਜੋ ਕੁਝ ਵੀ ਹੋਇਆ, ਮੈਂ ਨੌਕਰੀ ਛੱਡ ਦਿੱਤੀ। 9 ਸਾਲ ਮੇਰੀ ਨੌਕਰੀ ਸੀਗੀ। ਜਿਸ ਸਿਸਟਮ ਦੇ ਵਿੱਚ ਇਹ ਸਾਰਾ ਕੁਝ ਹੋਇਆ, ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਸ ਸਿਸਟਮ ਨੂੰ ਬਦਲ ਦੇਣਾ। ਤਾਂ ਉਸ ਸਿਸਟਮ ਨੂੰ ਬਦਲਣ ਵਾਸਤੇ ਮੈਂ ਸਟਾਰਟ ਕੀਤਾ ਟੋਟਲ ਪੋਲੀਟੀਕਲ ਰਿਵੋਲੂਸ਼ਨ। ਬਾਅਦ ਦੇ ਵਿੱਚ ਕੇਜਰੀਵਾਲ ਸਾਹਿਬ ਦੇ ਨਾਲ ਮੁਲਾਕਾਤ ਹੋਈ, ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਤਾਂ ਉਹ ਜੋ ਪੋਲੀਟੀਕਲ ਰਿਵੋਲੂਸ਼ਨ ਹੈ ਸਾਡਾ, ਜੋ ਟੋਟਲ ਪੋਲੀਟੀਕਲ ਰਿਵੋਲੂਸ਼ਨ, ਉਹ ਚੱਲਦਾ ਜਾ ਰਿਹਾ। ਓਕੇ ਸਰ, ਕੇਜਰੀਵਾਲ ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ, ਕੀ ਮਨ 'ਚ ਆਇਆ ਜਾਂ ਕੀ ਉਸ ਵੇਲੇ ਦਿਮਾਗ 'ਚ ਘੁੰਮ ਰਿਹਾ ਸੀਗਾ ਕਿ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ ਜਾਂ ਆਫਰ ਆਈ ਸੀ? ਨਹੀਂ, ਦੇਖੋ, ਇੰਟਰਨਲ ਕੋਈ ਗੱਲਬਾਤ ਨਹੀਂ ਕਰਨੀ ਚਾਹੀਦੀ ਹੈ ਜਦੋਂ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ। ਹਾਂਜੀ, ਮੈਂ ਤੁਹਾਨੂੰ ਇਹ ਕਿਹਾ ਕਿ ਅਸੀਂ ਰਿਵੋਲੂਸ਼ਨ ਇਸ ਕਰਕੇ ਸ਼ੁਰੂ ਕੀਤਾ ਸੀ ਕਿ ਜਿਸ ਸਿਸਟਮ ਦੇ ਵਿੱਚ ਇਹ ਸਾਰਾ ਕੁਝ ਹੋਇਆ, ਜਿਸ ਸਿਸਟਮ ਕਰਕੇ ਮੈਨੂੰ ਆਈਪੀਐਸ ਦੀ ਨੌਕਰੀ ਛੱਡਣੀ ਪਈ, ਕਿਸੇ ਹੋਰ ਨੂੰ ਇਸ ਤਰੀਕੇ ਦੇ ਨਾਲ ਵਿਕਟਿਮ ਨਾ ਬਣਾਇਆ ਜਾ ਸਕੇ, ਇਸ ਕਰਕੇ ਅਸੀਂ ਟੋਟਲ ਪੋਲੀਟੀਕਲ ਰਿਵੋਲੂਸ਼ਨ ਸਟਾਰਟ ਕੀਤਾ, ਠੀਕ ਹੈ ਕਿ ਨਹੀਂ? ਉਹਦਾ ਮਕਸਦ ਕੀ ਸੀਗਾ ਕਿ ਜੋ ਮੌਜੂਦਾ ਹਾਲਾਤ, ਜੋ ਮੌਜੂਦਾ ਸਿਸਟਮ ਤੁਸੀਂ ਵੇਖਦੇ ਆ ਰਹੇ ਹੋ, ਉਸ ਨੂੰ ਟੋਟਲੀ ਬਦਲ ਦੇਣਾ ਹੈ। ਜੋ ਡੈਮੋਕ੍ਰੇਸੀ ਐਕਚੁਅਲ ਦੇ ਵਿੱਚ ਡੈਮੋਕ੍ਰੇਸੀ ਹੈ, ਉਸ ਡੈਮੋਕ੍ਰੇਸੀ ਨੂੰ ਲਿਆਉਣਾ ਹੈ। ਨਾ ਕਿ ਤੁਸੀਂ ਦੇਖੋਗੇ ਕਿ ਠੱਗੀ, ਠੋਰੀ ਔਰ ਕਰਪਸ਼ਨ। ਸਭ ਤੋਂ ਜ਼ਿਆਦਾ ਦੇਖੋ, ਪੋਲੀਟੀਸ਼ੀਅਨ ਜਿਹੜੇ ਹੁੰਦੇ ਨੇ ਬਹੁਤ ਬੇਈਮਾਨ, ਐਕਸੈਪਸ਼ਨ ਜ਼ਰੂਰ ਨੇ, ਐਕਸੈਪਸ਼ਨ ਨੇ। ਉਹਨਾਂ ਦੀ ਪ੍ਰਾਪਰਟੀ ਦੇਖੋ, ਉਹਨਾਂ ਦਾ ਸਾਰਾ ਹਿਸਾਬ ਕਿਤਾਬ ਦੇਖੋ। ਅੱਜ ਪੰਜਾਬ ਦੇ ਬੱਚੇ ਸਾਰੇ ਬਾਹਰ ਜਾ ਰਹੇ ਨੇ, ਰਾਈਟ, ਔਰ ਪੰਜਾਬ ਦਾ ਪੈਸਾ ਲੈ ਕੇ ਪੋਲੀਟੀਸ਼ੀਅਨ ਕੈਨੇਡਾ, ਅਮਰੀਕਾ ਦੇ ਵਿੱਚ ਇਨਵੈਸਟ ਕਰ ਰਹੇ ਨੇ, ਠੀਕ ਹੈ ਕਿ ਨਹੀਂ? ਪੈਸਾ ਪੰਜਾਬ ਦਾ ਹੈ, ਪੈਸਾ ਪੰਜਾਬ ਦਾ ਹੈ, ਠੀਕ ਹੈ ਕਿ ਨਹੀਂ? ਕਿਸੇ ਦਾ ਪੈਟਰੋਲ ਪੰਪ ਹੈ, ਕਿਸੇ ਦਾ ਉੱਥੇ ਹੋਟਲ ਹੈ, ਕਿਸੇ ਦਾ ਰੈਸਟੋਰੈਂਟ ਹੈ, ਔਰ ਤੁਸੀਂ ਦੇਖੋਗੇ ਪੈਸਾ ਪੰਜਾਬ ਦਾ ਹੈ। ਪੰਜਾਬ ਗਰੀਬ ਹੁੰਦਾ ਜਾ ਰਿਹਾ ਹੈ, ਪੋਲੀਟੀਸ਼ੀਅਨ ਅਮੀਰ ਹੋ ਰਹੇ ਨੇ, ਔਰ ਉਹਨਾਂ ਦਾ ਇਨਵੈਸਟਮੈਂਟ ਦੂਸਰੇ ਕੰਟਰੀਜ਼ ਦੇ ਵਿੱਚ ਜ਼ਿਆਦਾ ਹੁੰਦਾ ਜਾ ਰਿਹਾ ਹੈ, ਔਰ ਪੰਜਾਬ ਦੇ ਲੋਕ ਵੀ ਦੂਸਰੇ ਕੰਟਰੀਜ਼ ਦੇ ਵਿੱਚ ਭੱਜ ਰਹੇ ਨੇ ਜੀ। ਤੇ ਇਸ ਕਰਕੇ ਪੰਜਾਬ ਨੂੰ ਬਚਾਉਣਾ ਹੈ। ਸਾਡੇ ਰਿਵੋਲੂਸ਼ਨ ਦਾ ਮੇਨ ਮਕਸਦ ਹੈ ਪੰਜਾਬ ਨੂੰ ਬਚਾਉਣਾ। ਪੰਜਾਬ ਦਾ ਜੋ ਬੇਸਿਕ, ਇੱਕ ਤਰੀਕੇ ਦੇ ਨਾਲ ਕਹੋ ਨਾ ਜੀ, ਬੇਸਿਕ ਜੋ ਈਥੋਜ ਹੈ, ਜਿਸ ਨੂੰ ਪੰਜਾਬ ਜਾਣਿਆ ਜਾਂਦਾ ਸੀ, ਸਾਡੇ ਰਾਸ਼ਟਰਗਾਨ ਦੇ ਵਿੱਚ, ਸਾਡੇ ਨੈਸ਼ਨਲ ਐਂਥਮ ਦੇ ਵਿੱਚ ਪੰਜਾਬ ਨੂੰ ਸਭ ਤੋਂ ਉੱਪਰ ਸਥਾਨ ਦਿੱਤਾ ਗਿਆ ਹੈ। ਰਾਸ਼ਟਰਗਾਨ ਦੀ ਸ਼ੁਰੂਆਤ ਹੀ ਪੰਜਾਬ ਤੋਂ ਹੁੰਦੀ ਹੈ। ਪੰਜਾਬ, ਸਿੰਧੂ, ਗੁਜਰਾਤ, ਮਰਾਠਾ। ਲਿਖਣ ਵਾਲੇ ਬੰਗਾਲ ਦੇ ਸੀਗੇ, ਉਹ ਕੁਝ ਵੀ ਲਿਖ ਸਕਦੇ ਸੀਗੇ। ਬੰਗਾਲ, ਸਿੰਧੂ, ਗੁਜਰਾਤ, ਮਰਾਠਾ ਵੀ ਲਿਖ ਸਕਦੇ ਸੀ, ਲੇਕਿਨ ਉਹਨਾਂ ਨੇ ਕੀ ਲਿਖਿਆ? ਪੰਜਾਬ, ਸਿੰਧੂ, ਗੁਜਰਾਤ, ਮਰਾਠਾ। ਇਟ ਮੀਨਸ ਉਹਨਾਂ ਨੇ ਪੰਜਾਬ ਨੂੰ ਕੋਈ ਵਿਸ਼ੇਸ਼ ਸਥਾਨ ਦਿੱਤਾ। तो वो जो विशेष स्थान है ना,
ਉਸ ਸਥਾਨ ਨੂੰ ਅਸੀਂ ਮਜ਼ਬੂਤ ਕਰਨਾ ਹੈ। ਜੋ ਲੀਡਰਾਂ ਨੇ ਔਰ ਜੋ ਮਾਫੀਆ ਨੇ ਪੰਜਾਬ ਨੂੰ ਉੜਤਾ ਪੰਜਾਬ ਬਣਾਇਆ, ਉਸ ਚੀਜ਼ ਨੂੰ ਖਤਮ ਕਰਨਾ ਹੈ, ਉਸ ਟੈਗ ਨੂੰ ਖਤਮ ਕਰਨਾ ਹੈ ਔਰ ਦੁਬਾਰਾ ਪੰਜਾਬ ਨੂੰ ਵਹੀ ਸਥਾਨ ਦੇਣਾ ਹੈ ਜੋ ਸਥਾਨ ਪੰਜਾਬ ਵਾਸਤੇ ਸਾਡੇ ਨੈਸ਼ਨਲ ਐਂਥਮ ਦੇ ਵਿੱਚ ਦਿੱਤਾ ਗਿਆ। ਤੇ ਤੁਹਾਨੂੰ ਲੱਗਦਾ ਤੁਹਾਨੂੰ ਲੋੜ ਹੈ ਸਹਿਯੋਗ ਦੀ ਹੋਰ ਲੀਡਰਸ ਦੀ? ਦੇਖੋ ਸਹਿਯੋਗ ਮਿਲ ਰਹੇ ਨੇ, ਸਾਰਾ ਕੁਝ ਹੋ ਰਿਹਾ ਹੈ। ਮੈਂ ਜਿਸ ਪਾਰਟੀ ਦੇ ਵਿੱਚ ਹਾਂ ਉਹ ਵੀ ਰੈਵੋਲੂਸ਼ਨਰੀ ਪਾਰਟੀ ਹੈ। ਕੇਜਰੀਵਾਲ ਸਾਹਿਬ ਸਵਰਾਜ ਦੀ ਜੋ ਧਾਰਨਾ ਸੀ, ਉਹਨਾਂ ਨੇ ਕਿਤਾਬ ਲਿਖੀ ਸੀ, ਉਸ ਤੋਂ ਪ੍ਰੇਰਿਤ ਹੋ ਕੇ ਅਸੀਂ ਪਾਰਟੀ ਦੇ ਵਿੱਚ ਆਏ ਹਾਂ ਔਰ ਹੌਲੀ ਹੌਲੀ ਚਲਦਾ ਰਹੇਗਾ ਜੀ ਸਾਰਾ। ਠੀਕ ਹੈ, ਓਕੇ ਸਰ। ਅੰਮ੍ਰਿਤਸਰ ਹੀ ਕਿਉਂ ਚੁਣਨ ਦੇ ਪਿੱਛੇ ਕੋਈ ਰੀਜ਼ਨ ਸੀ? ਤੁਸੀਂ ਆਲਮੋਸਟ ਪੂਰੇ ਪੰਜਾਬ 'ਚ, ਫਿਰੋਜ਼ਪੁਰ 'ਚ ਵੀ ਤੁਸੀਂ ਆਪਣੀ ਸੇਵਾ ਨਿਭਾਈ ਹੈ ਐਂਡ ਅੰਮ੍ਰਿਤਸਰ 'ਚ ਜ਼ਿਆਦਾਤਰ ਨਿਭਾਈ ਹੈ, ਤੇ ਅੰਮ੍ਰਿਤਸਰ ਨਾਲ ਦੇਖੋ ਮੈਂ IPS ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹੀ ਮੈਂ ਜੁਆਇਨ ਕੀਤਾ। ਅੰਮ੍ਰਿਤਸਰ ਦੇ ਵਿੱਚ ASP, SPCT, SSP, DIG, ਮਤਲਬ ਹਰ ਰੈਂਕ ਦੇ ਵਿੱਚ ਰਿਹਾ। ਅੰਮ੍ਰਿਤਸਰ ਇਸ ਤਰ੍ਹਾਂ ਲੱਗਦਾ ਹੈ ਕਿ ਹਾਂ ਮਤਲਬ ਮੇਰਾ ਪਰਿਵਾਰ ਹੈ ਔਰ ਮੈਂ ਇਹੀ ਕਿਹਾ ਸੀ ਨਾ ਕਿ ਅੰਮ੍ਰਿਤਸਰ ਦੇ ਵਿੱਚ ਮੇਰਾ ਇਲੈਕਸ਼ਨ ਇਸ ਤਰੀਕੇ ਦੇ ਨਾਲ ਹੋਗਾ ਕਿ ਸਾਰੇ ਲੋਕ ਇਹ ਇਲੈਕਸ਼ਨ ਲੜਨਗੇ ਕਿ ਇਸ ਤਰ੍ਹਾਂ ਲੱਗੂਗਾ ਕਿ ਹਾਂ ਉਹਨਾਂ ਦੇ ਪਰਿਵਾਰ ਦਾ ਕੋਈ ਬੰਦਾ ਇਲੈਕਸ਼ਨ ਲੜ ਰਿਹਾ ਹੈ ਔਰ ਹੋਇਆ ਵੀ ਇਸੇ ਤਰੀਕੇ ਦੇ ਨਾਲ। ਮੈਨੂੰ ਦੇਖੋ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਲੋਕਾਂ ਨੇ ਮੇਰੀ ਮਦਦ ਕੀਤੀ ਔਰ ਮੈਂ ਜ਼ਿਆਦਾ ਆਪਣੀ ਪਾਰਟੀ ਦੇ ਦੂਸਰੇ ਕੈਂਡੀਡੇਟਸ ਦੇ ਕੈਂਪੇਨ ਵਾਸਤੇ ਅੰਮ੍ਰਿਤਸਰ ਤੋਂ ਬਾਹਰ ਹੁੰਦਾ ਸੀ ਔਰ ਅੰਮ੍ਰਿਤਸਰ ਦੇ ਵਿੱਚ ਮੇਰਾ ਕੈਂਪੇਨ ਲੋਕ ਮਤਲਬ ਅੰਮ੍ਰਿਤਸਰ ਦੇ ਲੋਕ ਚਲਾਈ ਜਾਂਦੇ ਸੀ ਔਰ ਰਿਜ਼ਲਟ ਵੀ ਬਹੁਤ ਵਧੀਆ ਆਇਆ ਔਰ ਅੰਮ੍ਰਿਤਸਰ ਦੇ ਵਿੱਚ ਨਾਰਥ ਦੇ ਵਿੱਚ ਖਾਸ ਕਰਕੇ ਇੱਕ ਰਿਕਾਰਡ ਬਣ ਗਿਆ। ਆਲ ਟਾਈਮ ਬੈਸਟ ਰਿਜ਼ਲਟ ਆਇਆ ਸਾਡਾ, ਜਦਕਿ 4 ਕੈਂਡੀਡੇਟ ਸੀਗੇ, 4 ਮੇਜਰ ਪਾਰਟੀ ਦੇ ਹੋਰ ਵੀ ਮਤਲਬ ਸੀਗੇ। ਤੇ ਇਸ ਕਰਕੇ ਦੇਖੋ ਅੰਮ੍ਰਿਤਸਰ ਦੁਬਾਰਾ ਮੈਂ ਇਹੀ ਕਹਾਂਗਾ ਕਿ ਅੰਮ੍ਰਿਤਸਰ ਦਾ ਇੱਕ ਬੈਨੀਫਿਟ ਹੈ, ਮੈਂ ਕਿਸੇ ਵੀ ਥਾਂ ਤੋਂ ਲੜ ਸਕਦਾ ਸੀ, ਜਿੱਤ ਸਕਦਾ ਸੀ। ਪਾਰਟੀ ਵੀ ਮੇਰੀ ਚਾਹੁੰਦੀ ਸੀ ਕਿਸੇ ਹੋਰ ਪਾਸੇ ਲੜਾਉਣਾ, ਲੇਕਿਨ ਇੱਕ ਅੰਮ੍ਰਿਤਸਰ ਦੇ ਨਾਲ ਲਗਾਵ ਹੈ, ਵਿਸ਼ੇਸ਼ ਲਗਾਵ ਹੈ, ਪੂਰੇ ਪੰਜਾਬ ਦੇ ਨਾਲ ਲਗਾਵ ਹੈ। ਲੇਕਿਨ ਹੈ ਕਿ ਇੱਥੇ ਦੇਖੋ ਮਤਲਬ ਇੱਕ ਪਰਿਵਾਰਿਕ ਮਾਹੌਲ ਹੈ ਮੇਰੇ ਵਾਸਤੇ ਇੱਕ ਪਰਿਵਾਰਿਕ ਮਾਹੌਲ ਹੈ ਅੰਮ੍ਰਿਤਸਰ ਦੇ ਵਿੱਚ। ਤੇ ਇਸ ਕਰਕੇ ਦੇਖੋ ਇਲੈਕਸ਼ਨ ਲੜਨਾ ਵੀ ਸੌਖਾ ਔਰ ਮੈਂ ਤਾਂ ਹੀ ਕਿਹਾ ਨਾ ਕਿ ਦੇਖੋ ਮੈਂ ਜ਼ਿਆਦਾ ਬਾਹਰ ਹੁੰਦਾ ਸੀ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਕੈਂਪੇਨਿੰਗ ਵਾਸਤੇ ਔਰ ਅੰਮ੍ਰਿਤਸਰ ਦੇ ਵਿੱਚ ਮੇਰਾ ਕੈਂਪੇਨ ਲੋਕੀ ਚਲਾਈ ਜਾ ਰਹੇ ਸੀਗੇ, ਇਸ ਕਰਕੇ ਅੰਮ੍ਰਿਤਸਰ ਮੈਂ ਪਸੰਦ ਕੀਤਾ। ਔਰ ਵੈਸੇ ਵੀ ਮਤਲਬ ਅੰਮ੍ਰਿਤਸਰ ਜੋ ਹੈ ਦੇਖੋ ਜੇਕਰ ਪੰਜਾਬ ਦੇ ਬਾਰੇ ਤੁਸੀਂ ਗੱਲ ਕਰੋ, ਗੋਲਡਨ ਟੈਂਪਲ, ਹਰਮੰदिर ਸਾਹਿਬ, ਦੁਰਗਿਆਨਾ ਮੰਦਿਰ, ਇਹ ਸਾਰਾ ਕੁਝ ਰਿਲੀਜੀਅਸ ਕੈਪੀਟਲ ਹੈ, ਸਪਿਰਿਚੁਅਲ ਕੈਪੀਟਲ ਹੈ ਮਤਲਬ ਪੰਜਾਬ ਦਾ। ਤੇ ਇਸ ਕਰਕੇ ਤੁਸੀਂ ਦੇਖੋ ਅੰਮ੍ਰਿਤਸਰ ਕਿਸੇ ਨਾ ਕਿਸੇ ਥਾਂ ਤੋਂ ਲੜਨਾ ਹੁੰਦਾ ਹੈ ਨਾ ਜੀ ਇਲੈਕਸ਼ਨ, ਤਾਂ ਮੈਂ ਅੰਮ੍ਰਿਤਸਰ ਸਿਲੈਕਟ ਕੀਤਾ। ਮੈਨੂੰ ਲੱਗਿਆ ਕਿ ਨਹੀਂ ਅੰਮ੍ਰਿਤਸਰ ਹੀ ਜ਼ਿਆਦਾ ਵਧੀਆ ਰਹੂਗਾ। ਓਕੇ ਸਰ, ਪੋਲੀਟੀਕਲ ਰੈਵੋਲੂਸ਼ਨ 'ਚ ਤੁਹਾਨੂੰ ਲੱਗਦਾ ਕਿੰਨਾ ਟਾਈਮ ਲੱਗੇਗਾ ਸਿਸਟਮ ਨੂੰ ਆਰਗੇਨਾਈਜ਼ ਹੋਣ 'ਚ, ਜਾਂ ਤੇ ਫਿਰ ਥੋੜਾ ਨਸ਼ੇ ਵਾਲੀ ਸਾਈਡ ਆਪਾਂ ਗੱਲ ਕਰੀਏ ਖਤਮ ਹੋਣ 'ਚ? ਗੱਲ ਕਰ ਰਹੇ ਹੋ ਸਰਦਾਰ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ ਨੇ ਜਦੋਂ ਰਿਵੋਲੂਸ਼ਨ ਸ਼ੁਰੂ ਕੀਤਾ ਸੀ ਤੇ ਜਦੋਂ ਰਿਜ਼ਲਟ ਆਇਆ ਉਹ ਨਹੀਂ ਸੀਗੇ, ਲੇਕਿਨ ਅਸੀਂ ਇਹ ਨਹੀਂ ਕਰ ਸਕਦੇ ਕਿ ਜੋ ਉਹ ਰਿਵੋਲੂਸ਼ਨ ਲੈ ਕੇ ਆਏ ਸੀਗੇ ਉਹ ਬੇਕਾਰ ਚਲਾ ਗਿਆ, ਠੀਕ ਹੈ ਕਿ ਨਹੀਂ। ਇਹ ਰਿਵੋਲੂਸ਼ਨ ਹੁੰਦਾ ਹੈ, ਇਹਦੇ ਵਿੱਚ ਸਮਾਂ ਲੱਗਦਾ ਹੈ। ਰਿਜ਼ਲਟ ਹੋ ਸਕਦਾ ਹੈ ਕਿ ਛੇਤੀ ਆ ਜਾਵੇ, ਰਿਜ਼ਲਟ ਹੋ ਸਕਦਾ ਹੈ ਕਿ मतलब टाइम लग सकता है, लेकिन रिजल्ट आना है। रिजल्ट की चिंता नहीं करनी चाहिए है, होना की चाहिए है कि जज्बा होना चाहिए है और मजबूती के नाल काम करना चाहिए है। तो इस करके तुसी देखो सब तो बड़ी ये गल है कि असी जनता दे विच रहंदे हां। साडा एक स्लोगन भी है कि जनता दे विच जनता दे नाल, कि जनता दे विच रहो, जनता दे नाल रहो, ताही उन्हां नूं तुसी समझोगे और तुसी जनता नूं समझोगे, उन्हां दीयां समस्यावां नूं समझोगे। और उस दे विच एक होर गल आउंदी है ना कि देखो पॉलिटिशियन अते पब्लिक दे उहदे विच जो गैप है ना, उस गैप नूं दूर करना है। हर पब्लिक सोचे कि जिहड़ा उसका MLA है, उसका MP है, वो उन्हां चों ही एक है जी, और कोई गैप नहीं है। राइट। तो वो सहज भाव दे नाल मिल सके, सहज भाव दे नाल गलबात कर सके, अपनी भावना व्यक्त कर सके, इस तरीके का एक माहौल होना चाहिए है। तो असीं ताही देखो साडा एक स्लोगन है और उसनूं असीं कर रहे हैं, जनता दे विच जनता दे नाल। ओके सर, एज अ यूथ यंगस्टर मैं देखा एक्चुअली ਅਸੀਂ ਕਿਸੇ MLA MP ਨੂੰ ਦੇਖਦੇ ਸੀਗੇ, we see as ਕਿ ਬਹੁਤ ਵੱਡੇ ਨੇ, ਬਹੁਤ ਨੇ, ਪਤਾ ਨਹੀਂ ਗੱਡੀਆਂ ਪਿੱਛੇ, ਗੱਡੀਆਂ 4 ਗੱਡੀਆਂ। ਬਟ ਸਰ ਮੈਂ ਤੁਹਾਨੂੰ ਫਸਟ ਟਾਈਮ ਮਿਲਿਆ, ਈਵਨ ਸਰ ਮੈਂ ਤੁਹਾਡੀ ਗੱਡੀ 'ਚ ਬੈਠਾ, ਸਰਕਾਰੀ ਗੱਡੀ 'ਚ। ਸਰ ਸ਼ਾਇਦ ਜ਼ਿੰਦਗੀ 'ਚ ਕਦੇ ਕੋਈ ਬਿਠਾਵੇ ਵੀ ਨਾ ਸਾਨੂੰ ਨਾਲ, ਤੇ ਬਹੁਤ ਵਧੀਆ ਉਦੋਂ ਲੱਗਾ।
ਬਟ ਤੇ ਸਰ ਇਹ ਇੱਕਦਮ ਤੁਸੀਂ ਕਾਮਨ ਪੀਪਲ 'ਚ ਕਿਸ ਤਰ੍ਹਾਂ ਆ ਗਏ? ਆਈ ਹੈਵ ਸੀਨ ਯੂ ਇਨ ਕੰਪਨੀ ਗਾਰਡਨ ਆਲਸੋ, ਤੁਸੀਂ ਉੱਥੇ ਵੀ ਆਰਾਮ ਨਾਲ ਲੋਕਾਂ ਦੇ ਵਿੱਚ ਜਾਂਦੇ ਹੋ। ਮੈਂ ਜਦੋਂ ਆਈਪੀਐਸ ਅਫਸਰ ਹੁੰਦਾ ਸੀ, ਇੱਥੇ ਐਸਐਸਪੀ ਹੁੰਦਾ ਸੀ, ਹਾਂਜੀ। ਉਦੋਂ ਵੀ ਕਾਮਨ ਪੀਪਲ ਦੇ ਨਾਲ ਹੀ ਹੁੰਦਾ ਸੀ, ਆਮ ਲੋਕਾਂ ਦੇ ਨਾਲ ਹੀ ਹੁੰਦਾ ਸੀ। ਬਟ ਸਰ ਔਰ ਹੁਣ ਡੈਜ਼ਿਗਨੇਸ਼ਨ ਮੈਨੂੰ ਆਮ ਲੋਕਾਂ ਦਾ, ਕੇਜਰੀਵਾਲ ਸਾਹਿਬ ਜਦੋਂ ਆਏ ਉਹਨਾਂ ਨੇ ਵੀ ਜਿਸ ਦਿਨ ਮੇਰੀ ਜੁਆਇਨਿੰਗ ਕਰਾਇਆ ਸੀ, ਉਹਨਾਂ ਨੇ ਇਹੀ ਕਿਹਾ ਕਿ ਦੇਖੋ ਆਮ ਲੋਕਾਂ ਦਾ ਪੁਲਿਸ ਅਫਸਰ ਹੁਣ ਆਮ ਲੋਕਾਂ ਦਾ ਲੀਡਰ ਬਣਦੇ ਹੈ, ਠੀਕ ਹੈ ਕਿ ਨਹੀਂ? ਤਾਂ ਮੈਂ ਪੁਲਿਸ ਅਫਸਰ ਵੀ ਸੀਗਾ ਤਾਂ ਆਮ ਲੋਕਾਂ ਦਾ ਪੁਲਿਸ ਅਫਸਰ ਸੀਗਾ, ਆਮ ਲੋਕਾਂ ਦੇ ਵਿੱਚ ਹੀ ਹੁੰਦਾ ਸੀ, ਸਾਰਿਆਂ ਨੂੰ ਮਿਲਦਾ ਸੀ, ਮੈਨੂੰ ਕੋਈ ਵੀ ਮਿਲ ਸਕਦਾ ਸੀ ਆਰਾਮ ਨਾਲ, ਮੈਨੂੰ ਮਿਲਣ ਵਾਸਤੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਸੀ। ਕੋਈ ਗਰੀਬ ਹੈ, ਅਮੀਰ ਹੈ, ਕੋਈ ਵੀ ਹੈ, ਕਿਸੇ ਨੂੰ ਸਮੱਸਿਆ ਹੈ, ਕੋਈ ਵੈਸੇ ਮਿਲਣਾ ਚਾਹੁੰਦਾ ਹੈ, ਕੋਈ ਗਾਈਡੈਂਸ ਲੈਣਾ ਚਾਹੁੰਦਾ ਹੈ, ਤਾਂ ਅਸੀਂ ਪੁਲਿਸਿੰਗ ਵੀ ਜੋ ਦਿੱਤੀ ਨਾ, ਕਿਉਂਕਿ ਦੇਖੋ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੁਲਿਸ ਅਫਸਰ ਇਕੱਠੇ ਹੀ ਇਲੈਕਸ਼ਨ ਜਿੱਤਦੇ ਨੇ, ਔਰ ਮੇਰੇ ਤੇ ਉਹ ਲਾਗੂ ਨਹੀਂ ਹੁੰਦਾ, ਠੀਕ ਹੈ ਕਿ ਨਹੀਂ? ਤੇ ਮੈਨੂੰ ਵੀ ਲੋਕੀ ਡਰਾ ਰਹੇ ਸੀਗੇ, ਸ਼ਾਇਦ ਇਸ ਕਰਕੇ ਕਿ ਤੁਸੀਂ ਆਲਰੇਡੀ ਪਬਲਿਕ 'ਚ ਜਾ ਨਹੀਂ ਚੁੱਕੇ ਨਹੀਂ ਹੋ। ਤੁਸੀਂ ਨਹੀਂ ਸਮਝੇ, ਪੁਲਿਸ ਅਫਸਰਾਂ ਦਾ ਜਿਹੜਾ ਰਿਕਾਰਡ ਰਿਹਾ ਹੈ ਨਾ, ਹਾਂਜੀ, ਜੋ ਪੁਲਿਸ ਅਫਸਰ ਇਲੈਕਸ਼ਨ ਲੜੇ ਨੇ, ਉਹਨਾਂ ਦਾ ਜੇਕਰ ਤੁਸੀਂ ਪਰਸੈਂਟੇਜ ਆਫ ਸਕਸੈਸ ਦੇਖੋਗੇ ਤਾਂ ਉਹਦੇ ਵਿੱਚ ਬਹੁਤ ਥੋੜਾ ਹੀ ਲੋਕ ਮਤਲਬ ਰਾਜਨੀਤੀ ਦੇ ਵਿੱਚ ਮਤਲਬ ਸਟੈਬਲਿਸ਼ ਹੋਏ ਨੇ। ਮੈਂ ਕਿਹਾ ਕਿ ਮੇਰੇ ਤੇ ਉਹ ਧਾਰਨਾ ਲਾਗੂ ਨਹੀਂ ਹੁੰਦੀ, ਠੀਕ ਹੈ ਕਿ ਨਹੀਂ? ਕਿਉਂਕਿ ਮੈਂ ਆਮ ਲੋਕਾਂ ਦਾ ਪੁਲਿਸ ਅਫਸਰ ਤੇ ਆਮ ਲੋਕਾਂ ਦਾ ਲੀਡਰ, ਠੀਕ ਹੈ ਕਿ ਨਹੀਂ? ਤੋ ਬਹੁਤ ਵਧੀਆ ਤਰੀਕੇ ਦੇ ਨਾਲ ਸਿਸਟਮ ਚੱਲ ਰਿਹਾ ਹੈ। ਤਾਂ ਮੈਂ ਆਮ ਲੋਕਾਂ ਦੇ ਵਿੱਚ ਪਹਿਲਾਂ ਵੀ, ਤੁਹਾਡਾ ਸਵਾਲ ਸੀਗਾ ਨਾ ਆਮ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਵਿਚਰਦੇ ਹੋ, ਤਾਂ ਮੈਂ ਕੰਪਨੀ ਬਾਗ ਦੇ ਵਿੱਚ ਪਹਿਲਾਂ ਵੀ, ਜਾਂ ਗਲੀ ਮੁਹੱਲੇ ਦੇ ਵਿੱਚ, ਜਾਂ ਆਪਣੇ ਦਫ਼ਤਰ ਦੇ ਵਿੱਚ ਆਮ ਲੋਕਾਂ ਨੂੰ ਮਿਲਦਾ ਰਹਿੰਦਾ ਸੀ, ਔਰ ਪਹਿਲਾਂ ਵੀ ਜਨਤਾ ਦੇ ਨਾਲ, ਹੁਣ ਵੀ ਜਨਤਾ ਦੇ ਨਾਲ। ਸਾਡੀ ਪੁਲਿਸਿੰਗ ਵੀ ਸੀਗੀ, ਪੁਲਿਸਿੰਗ ਦੇ ਵਿੱਚ ਮੈਂ ਇਹੀ ਬੋਲਦਾ ਸੀਗਾ ਕਿ ਹਾਂ, ਐਵਰੀ ਸਿਟੀਜ਼ਨ ਇਜ਼ ਅ ਪੁਲਿਸ ਅਫਸਰ ਵਿਦਆਊਟ ਯੂਨੀਫਾਰਮ ਐਂਡ ਐਵਰੀ ਪੁਲਿਸ ਆਫਿਸਰ ਇਜ਼ ਅ ਸਿਟੀਜ਼ਨ ਇਨ ਯੂਨੀਫਾਰਮ। ਤਾਂ ਮੈਂ ਹਰ ਵਿਅਕਤੀ ਨੂੰ ਪੁਲਿਸ ਅਫਸਰ ਦਾ ਦਰਜਾ ਦਿੰਦਾ ਹੁੰਦਾ ਸੀ ਕਿ ਐਵਰੀ ਸਿਟੀਜ਼ਨ ਇਜ਼ ਅ ਪੁਲਿਸ ਆਫਿਸਰ ਵਿਦਆਊਟ ਯੂਨੀਫਾਰਮ, ਠੀਕ ਹੈ ਕਿ ਨਹੀਂ? ਪੁਲਿਸ ਦੀ ਮਦਦ ਕਰਨੀ, ਪੁਲਿਸ ਦੇ ਨਾਲ ਰਹਿਣਾ, ਪੁਲਿਸ ਦੀ ਹੌਸਲਾ ਅਫਜ਼ਾਈ ਕਰਨੀ, ਤਾਂ ਉਹ ਸਾਰਾ ਚੀਜ਼ ਐਸੇ ਅੰਮ੍ਰਿਤਸਰ ਦੇ ਵਿੱਚ ਉਹ ਐਕਸਪੈਰੀਮੈਂਟ ਵੀ ਲਾਗੂ ਕੀਤਾ ਸੀ, ਬਹੁਤ ਸਕਸੈਸ ਵੀ ਸਾਨੂੰ ਮਿਲਿਆ ਸੀ। ਔਰ ਹੁਣ ਤਾਂ ਹੀ ਜਦੋਂ ਲੋਕੀ ਪੁੱਛਦੇ ਨੇ ਕਿ ਇਹ ਜੋ ਟ੍ਰਾਂਜੀਸ਼ਨ ਹੈ, ਟ੍ਰਾਂਜੀਸ਼ਨ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ, ਠੀਕ ਹੈ, ਹੋ ਸਕਦਾ ਹੈ ਤੁਸੀਂ ਵੀ ਕਰੋ, ਤਾਂ ਮੈਨੂੰ ਟ੍ਰਾਂਜੀਸ਼ਨ ਲੱਗਿਆ ਹੀ ਨਹੀਂ, ਕਿਉਂਕਿ ਮੈਂ ਪਹਿਲਾਂ ਵੀ ਪਬਲਿਕ ਦੇ ਵਿੱਚ, ਹੁਣ ਵੀ ਪਬਲਿਕ ਦੇ ਵਿੱਚ। ਕੁਐਸਚਨ ਸਰ ਮੈਂ ਪੁੱਛਣਾ ਸੀ, ਪਰ ਫਿਰ ਵੀ ਸਰ ਕੋਈ ਡਿਫਰੈਂਸ ਬਿਫੋਰ ਬਿਕਮਿੰਗ ਐਮਐਲਏ ਆਫਟਰ ਬਿਕਮਿੰਗ ਸਮਥਿੰਗ देयर इज ਕਿ ਪਾਵਰ? ਫਰਕ ਇਹੀ ਹੈ ਕਿ ਉਦੋਂ ਸਾਡੇ ਬੌਸ ਹੁੰਦੇ ਸੀ, ਸਾਡੇ ਅਫਸਰ, ਡੀਜੀਪੀ ਜਾਂ ਸਰਕਾਰ ਦੇ ਜੋ ਲੋਕ, ਉਹ ਸਾਰੇ ਬੌਸ ਹੁੰਦੇ ਸੀ। ਹੁਣ ਸਾਡੇ ਬੌਸ ਆਮ ਲੋਕ ਨੇ ਜੀ, ਸਾਡੇ ਵੋਟਰ ਹੀ ਸਾਡੇ ਬੌਸ ਨੇ ਜੀ। ਓਕੇ। ਤੇ ਪਹਿਲਾਂ ਹੁੰਦਾ ਸੀ ਕਿ ਜੋ ਸਾਡੇ ਬੌਸ ਹੁੰਦੇ ਸੀ, ਅਫਸਰ ਹੁੰਦੇ ਸੀ, ਸਰਕਾਰ ਹੁੰਦੀ ਸੀ, ਉਹਨਾਂ ਦੀ ਇੱਛਾ ਦੇ ਅਨੁਸਾਰ ਕੰਮ ਕਰਨਾ ਹੁੰਦਾ ਸੀ। ਹੁਣ ਦੇਖੋ ਤੁਸੀਂ, ਆਪਣੀ ਜੋ ਜਨਤਾ ਹੈ, ਆਪਣੇ ਵੋਟਰ ਨੇ, ਉਹਨਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਚੱਲਣਾ ਹੈ। ਫਰਕ ਇਹੀ ਹੈ, ਬਾਕੀ ਕੋਈ ਫਰਕ ਨਹੀਂ। ਸਰ ਡਰ ਨਹੀਂ ਲੱਗਦਾ ਕਿ ਵਾਰੀ ਪਬਲਿਕ ਚ ਕਾਮਨਲੀ ਚਲੇ ਜਾਣਾ? ਨਹੀਂ ਨਹੀਂ, ਦੇਖੋ ਕਿਉਂਕਿ ਮੋਸਟਲੀ ਕੋਈ ਐਮਪੀ ਐਮਐਲਏ ਕਾਰ ਤੋਂ ਵੀ ਨਹੀਂ ਉਤਰੇਗਾ। ਇਹ ਦੇਖੋ, ਉਹ ਜੋ ਅਸੀਂ ਪੁਲਿਸ ਦੇ ਵਿੱਚ ਰਹੇ ਹਾਂ ਜੀ, ਹਾਂਜੀ, ਨਹੀਂ, ਬਹੁਤ ਸਾਰੇ ਲੋਕ ਸਿਕਿਉਰਿਟੀ ਸੇ ਵੀ ਹੁੰਦੇ ਨੇ ਜੀ, ਕਿ ਸਿਕਿਉਰਿਟੀ 4 ਗਨਮੈਨ ਆਗੇ, 4 ਪਿੱਛੇ, 2 ਗੱਡੀਆਂ ਐਕਸਟਰਾ ਲੋਕਾਂ ਦੇ ਨਾਲ। ਮੈਂ ਇਹੀ ਬੋਲਦਾ ਹਾਂ ਕਿ ਜਦੋਂ ਤੁਹਾਨੂੰ ਇੰਨਾ ਹੀ ਜ਼ਿਆਦਾ ਡਰ ਹੈ ਤਾਂ ਤੁਸੀਂ ਕਿਉਂ ਪਬਲਿਕ ਲਾਈਫ ਦੇ ਵਿੱਚ ਆ ਰਹੇ ਹੋ? ਆਪਣੇ ਘਰ ਦੇ ਵਿੱਚ ਬੈਠੋ, ਠੀਕ ਹੈ। ਉਹਨਾਂ ਲੋਕਾਂ ਤੋਂ ਹੀ ਤੁਹਾਨੂੰ ਡਰ ਲੱਗਦਾ ਹੈ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜਿਤਾਇਆ ਹੈ, ਠੀਕ ਹੈ ਕਿ ਨਹੀਂ? ਤਾਂ ਫਿਰ ਤੁਹਾਡੇ ਆਉਣ ਦਾ ਕੀ ਮਤਲਬ ਹੈ ਜੀ? ਇਸ ਰਾਜਨੀਤੀ ਦੇ ਵਿੱਚ ਆਉਣ ਦਾ ਕੀ ਮਤਲਬ? ਤੇ ਇਸ ਤਰ੍ਹਾਂ ਦਾ ਕੋਈ, ਮੈਂ ਤਾਂ ਬੋਲਦਾ ਹਾਂ ਕਿ ਹਾਂ ਠੀਕ ਹੈ, ਸਿਕਿਉਰਿਟੀ ਮੇਰੇ ਨਾਲ ਵੀ ਹੁੰਦੀ ਹੈ, ਕਿਉਂਕਿ ਦੇਖੋ ਮੈਂ ਕਾਫੀ ਸੈਂਸਿਟਿਵ ਕੇਸ ਹੈਂਡਲ ਕੀਤੇ ਨੇ ਔਰ ਸੈਂਸਿਟਿਵ ਪੋਜੀਸ਼ਨ ਤੇ ਰਿਹਾ ਹਾਂ। ਖਾਸ ਕਰਕੇ ਜੋ ਗੈਂਗਸਟਰਸ ਵਾਲਾ ਜੋ ਤੁਸੀਂ ਦੇਖ ਰਹੇ ਹੋ, ਜੋ ਸੈਟਅਪ ਹੈ ਪੰਜਾਬ ਪੁਲਿਸ ਦਾ, ਉਹ ਸੈਟਅਪ ਮੈਂ ਹੀ ਤਿਆਰ ਕੀਤਾ ਸੀ ਔਰ ਪੂਰਾ 5 ਸਾਲ ਉਹਦੇ ਵਿੱਚ ਕੰਮ ਕੀਤਾ। ਔਰ ਗੈਂਗਸਟਰ ਤੇ ਗੈਂਗਸਟਰਸ ਕ੍ਰਾਈਮ ਨੂੰ ਤੁਸੀਂ ਜੇਕਰ ਦੇਖੋ ਤਾਂ ਉਹ ਕਾਫੀ ਕੰਟਰੋਲ ਦੇ ਵਿੱਚ ਅਸੀਂ ਰੱਖਿਆ ਔਰ ਸਾਡਾ ਡੋਮੀਨੈਂਟ ਸੀਗਾ। ਬਾਰਡਰ ਰੇਂਜ ਦੇ ਵਿੱਚ ਡੀਆਈਜੀ ਰਿਹਾ, ਸਾਰਾ ਕੁਝ, ਔਰ ਬਾਰਡਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਕੰਮ ਕੀਤਾ। ਫਿਰੋਜ਼ਪੁਰ, ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ, ਪਠਾਨਕੋਟ, ਬਟਾਲਾ, ਇਹ ਸਾਰਾ ਮੈਂ ਕੰਮ ਕੀਤਾ। ਤਾਂ ਕੋਈ ਮਤਲਬ ਸਾਡੇ ਚਰਚੇ, ਜੋ ਸਾਡਾ ਮਤਲਬ ਗੁਆਂਢੀ ਮੁਲਕ ਹੈ, ਉਧਰ ਵੀ ਸਾਡੇ ਚਰਚੇ ਹੁੰਦੇ ਰਹੇ ਨੇ ਔਰ ਉਧਰ ਦੇ ਅਖਬਾਰਾਂ ਦੇ ਵਿੱਚ ਵੀ ਮਤਲਬ ਕਾਫੀ ਕੁਝ ਨਿਕਲਦਾ ਸੀ। ਇੱਧਰ ਤਾਂ ਹੁੰਦਾ ਹੀ ਸੀ। ਲੇਕਿਨ ਗਲਤ ਇਹ ਹੈ ਕਿ ਦੇਖੋ, ਜਿਸ ਜਨਤਾ ਨੇ ਤੁਹਾਨੂੰ ਇੱਥੇ ਤੱਕ ਲਿਆਂਦਾ, ਤੁਹਾਨੂੰ ਇੱਥੇ ਤੱਕ ਪਹੁੰਚਾਇਆ, ਉਸ ਜਨਤਾ ਤੋਂ ਡਰਨ ਦੀ ਕੀ ਲੋੜ ਹੈ? ਓਕੇ, ਠੀਕ ਹੈ। ਐਂਡ ਸਰ व्हाट इज पावर टू एम्पावर? देखो, पावर टू एम्पावर, देखो
ਇਹ ਸ਼ਬਦਾਵਲੀ ਤੋਂ ਪਹਿਲਾਂ ਤੋਂ ਹੀ ਹੈ, ਲੇਕਿਨ ਇਸ ਨੂੰ ਮੈਂ ਪੁਲਿਸ ਦੇ ਵਿੱਚ ਵੀ ਵਰਤਿਆ। ਤੁਸੀਂ ਇਹਨੂੰ ਪ੍ਰਮੋਟ ਕੀ ਕਰ ਰਹੇ ਹੋ? ਮੈਂ ਦੇਖੋ ਇਸ ਸ਼ਬਦਾਵਲੀ ਮੈਂ ਕਰ ਰਿਹਾ ਕਿ ਇਹ ਸ਼ਬਦਾਵਲੀ ਹੈ ਪਹਿਲਾਂ ਤੋਂ ਹੀ। ਇਸ ਚੀਜ਼ ਨੂੰ ਮੈਂ ਪੁਲਿਸ ਦੇ ਵਿੱਚ ਵੀ ਵਰਤਿਆ ਸੀ। ਪੁਲਿਸ ਦੇ ਵਿੱਚ ਮੈਨੂੰ ਕੋਈ ਪਾਵਰ ਮਿਲ ਗਿਆ ਤਾਂ ਮੇਰਾ ਕੰਮ ਹੈ ਅਗਲੇ ਨੂੰ ਇੰਪਾਵਰ ਕਰਨਾ, ਆਮ ਜਨਤਾ ਨੂੰ ਇੰਪਾਵਰ ਕਰਨਾ। ਤੇ ਪੁਲਿਸ ਦੇ ਵਿੱਚ ਰਹਿ ਕੇ ਵੀ ਇਹ ਮੈਂ ਕੰਮ ਕੀਤਾ। ਹੁਣ ਜੋ ਮੇਰਾ ਪੋਲੀਟੀਕਲ ਕਨਸੈਪਟ ਹੈ, ਪੋਲੀਟੀਕਲ ਥਿਉਰੀ ਹੈ, ਉਹ ਹੈ ਪਾਵਰ ਟੂ ਇੰਪਾਵਰ। ਜਨਤਾ ਨੇ ਮੈਨੂੰ ਪਾਵਰ ਦਿੱਤਾ, ਮੈਨੂੰ ਪਾਵਰਫੁਲ ਬਣਾਇਆ, ਤਾਂ ਹੁਣ ਮੇਰਾ ਫਰਜ਼ ਬਣਦਾ ਹੈ ਕਿ ਮੈਂ ਜਨਤਾ ਨੂੰ ਇੰਪਾਵਰ ਕਰਾਂ, ਉਹਨਾਂ ਨੂੰ ਸ਼ਕਤੀਸ਼ਾਲੀ ਬਣਾਵਾਂ। ਕਾਰਨ ਦੇਖੋ ਉਹਦਾ ਹਾਂਜੀ ਰੀਜ਼ਨ ਉਹਨੂੰ ਖੋਲ ਕੇ ਮੈਂ ਦੱਸਦਾ ਹਾਂ ਤੁਹਾਨੂੰ ਹਾਂਜੀ ਕਿ ਅੱਜ ਵੀ ਤੁਸੀਂ ਦੇਖੋ, ਕੱਲ ਮੇਰੇ ਕੋਲ ਕੋਈ ਵਿਅਕਤੀ ਆਏ, ਹਾਂਜੀ ਮੈਂ ਉਹਨਾਂ ਦਾ ਕੰਮ 3 ਮਹੀਨੇ ਤੋਂ ਨਹੀਂ ਹੋ ਰਿਹਾ ਸੀ, ਡੀਸੀ ਸਾਹਿਬ ਤੱਕ ਉਹ ਜਾਣ ਵੀ ਨਹੀਂ ਦੇ ਰਹੇ ਸੀਗੇ। ਮੈਂ ਪ੍ਰੈਕਟੀਕਲ ਕੱਲ ਦਾ ਐਗਜ਼ਾਮਪਲ ਦੱਸਿਆ। ਹਾਂਜੀ ਮੈਂ ਉਹਨਾਂ ਦੀ ਮੁਲਾਕਾਤ ਕਰਵਾ ਦਿੱਤੀ ਫੋਨ ਕਰਕੇ ਡੀਸੀ ਸਾਹਿਬ ਦੇ ਨਾਲ, ਤੇ ਮੇਰਾ ਥੈਂਕਸ ਕਰਨ ਵਾਸਤੇ ਆ ਗਏ ਕਿ 3 ਮਹੀਨੇ ਤੋਂ ਉਹਨਾਂ ਦੀ ਕੋਸ਼ਿਸ਼ ਸੀਗੀ, ਥੱਲੇ ਵਾਲੇ ਉੱਪਰ ਨਹੀਂ ਜਾਣ ਦੇ ਰਹੇ ਸੀਗੇ। ਅੱਛਾ ਮੇਰਾ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਹੋ ਗਈ, ਕੰਮ मतलब चलो उन्होंने काम हो जाएगा, लेकिन वो ऐसे चीज तो खुश सी है कि मुलाकात हो गई, बहुत सौखे तरीके से ना सुनो। तो वो हुंदा की है कि यही चीज है, इंपावरमेंट जिस दिन हो गया ना जी, तो ਤੁਹਾਨੂੰ लगेगा कि ये दफ्तर अपना ही है, डीसी साहब ਦਾ है, एसएसपी कमिश्नर ਦਾ दफ्तर है, दफ्तर अपना ही है। ਸੌਖੇ ਤਰੀਕੇ ਦੇ ਨਾਲ ਤੁਸੀਂ ਜਾ ਸਕਦੇ ਹੋ, ਕੋਈ ਬੈਰੀਅਰ ਨਹੀਂ ਰਹੇਗਾ, ਕੁਝ ਨਹੀਂ ਰਹੇਗਾ। ਤੁਹਾਨੂੰ ਮਹਿਸੂਸ ਹੋਗਾ ਕਿ ਜੋ ਸਰਕਾਰ ਹੈ ਜਾਂ ਜੋ ਸੈਟਅਪ ਹੈ ਡੈਮੋਕ੍ਰੇਸੀ ਦੇ ਵਿੱਚ, ਉਹ ਸੈਟਅਪ ਤੁਹਾਡਾ ਆਪਣਾ ਹੈ ਤੇ ਤੁਹਾਡੇ ਵਾਸਤੇ ਹੈ। ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਨਾ ਕਿ ਫॉर द पीपल, बाय द पीपल, ऑफ द पीपल, तो ये चीज़ महसूस भी होना चाहिए है। ठीक है कि नहीं? आज ਤੁਹਾਨੂੰ ਕੋਈ काम है तो रिश्वत देनी ਪੈਂਦੀ है, किसी भी दफ्तर ਦੇ ਵਿੱਚ जाना है तो पहला रिश्वत देना है। कोई काम छोटा छोटा अपने मकान का भी नक्शा पास कराना है तो भावें जिथे मर्जी चले जाओ, ठीक है ना। 22-23 साल तो मैं देख रहा जी, ਤੁਹਾਨੂੰ पैसा देना ही देना है। तो लोग साढ़े को आउंदे ने कि फोन कर दो, तो फोन हो जाता है, तो उन्हों का काम हो जाता है, ठीक है। लेकिन जिस दिन पावर टू एम्पावर सफल हो जाएगा एक्सपेरिमेंट, उस दिन अपने आप सारा काम होना शुरू हो जाएगा जी, अपने आप सारा काम शुरू हो जाएगा। तुसी जाओ, अर्जी दो, एप्लीकेशन दो, 2 दिन 3 दिन ਦੇ ਵਿੱਚ ਤੁਹਾਡਾ रूटीन ਦੇ ਵਿੱਚ मेरिट ਤੇ काम हो जाएगा। फिर मैं कहांगा कि हाँ पावर टू एम्पावर। आज तक बिजली पावर कट ਹੁੰਦਾ ਹੈ ਨਾ, बिजली का कट, ਤਾਂ ਵੀ ਲੋਕੀ ਸਾਡੇ ਕੋਲ ਆਉਂਦੇ ਨੇ, ਫਿਰ ਅਸੀਂ ਫੋਨ ਕਰਦੇ ਹਾਂ ਕਿ ਇਧਰ मतलब तार ठीक करो जी, ਜਾਂ ਜੋ ਕੱਟ ਇਧਰ ਲੱਗਿਆ ਹੋਇਆ ਹੈ ਠੀਕ ਕਰੋ। तो ਜਦੋਂ ਪਬਲਿਕ ਨੂੰ ਇਹ ਮਹਿਸੂਸ ਹੋ ਜਾਏਗਾ ਕਿ ਜੋ ਸਰਕਾਰ ਹੈ ਜਾਂ ਸਰਕਾਰੀ ਸੈਟਅਪ ਹੈ ਉਹਨਾਂ ਦਾ ਆਪਣਾ ਹੈ ਤੇ ਉਹਨਾਂ ਵਾਸਤੇ ਹੈ, ਉਸ ਦਿਨ ਇਹ ਸਾਰਾ ਕੁਝ ਮੈਂ ਕਹਾਂਗਾ ਕਿ ਸਫਲ ਹੋ ਗਿਆ, ਇਹ ਸਕਸੈਸਫੁਲ ਹੋ ਗਿਆ। ਤੇ ਇਹ ਵੀ ਦੇਖੋ ਟੋਟਲ ਪੋਲੀਟੀਕਲ ਰਿਵੋਲੂਸ਼ਨ ਦਾ ਇੱਕ ਹਿੱਸਾ ਹੀ ਹੈ। ਓਕੇ, ਐਜੂਕੇਸ਼ਨ ਦੇਖੋ, ਐਜੂਕੇਸ਼ਨ ਨੂੰ ਕਿਹਾ ਜਾਂਦਾ ਹੈ। ਤੁਸੀਂ ਅੱਜ ਵੀ ਜੇਕਰ ਮੇਰਾ ਫੇਸਬੁੱਕ ਦੇਖੋਗੇ ਨਾ, ਤਾਂ ਉਹਦੇ ਵਿੱਚ ਅੱਜ ਦਾ ਅਪਡੇਟ ਹੈ ਕਿ ਐਜੂਕੇਸ਼ਨ ਇਜ਼ ਦ ਮੋਸਟ ਪਾਵਰਫੁਲ ਟੂਲ for empowerment. Education is the most powerful tool for the empowerment. Empowerment वास्ते सब तो शक्तिशाली टूल है, ठीक है कि नहीं? एजुकेशन तो ऐस करके देखो, शुरू तो है मैं IPS की नौकरी ਦੇ ਵਿੱਚ ਸੀਗਾ, ਉਦੋਂ ਵੀ ਮੈਂ 19 ਦਾ ਪਹਾੜਾ ਪੜਾਉਂਦਾ ਸੀ ਬੱਚਿਆਂ ਨੂੰ, ਸਕੂਲ ਦੇ ਵਿੱਚ ਜਾਣਾ, ਕਾਲਜ ਦੇ ਵਿੱਚ ਜਾਣਾ। ਤੁਸੀਂ ਆਮ ਤੌਰ ਤੇ ਦੇਖੋਗੇ ਕਿ ਹਾਂ ਬੱਚਿਆਂ ਨੂੰ ਟੇਬਲ ਨਹੀਂ ਆਉਂਦਾ, ठीक है, 8, 9, 10 तक तो जरूर आउंदा है, लेकिन 12, 13, 14, 18, 19 ਦਾ ਤੁਸੀਂ ਪੁੱਛ ਲਓ, ਪਿੰਡਾਂ ਦੇ ਵਿੱਚ ਬੱਚਿਆਂ ਨੂੰ ਆ ਜਾਂਦਾ ਹੈ, ਲੇਕਿਨ ਸ਼ਹਿਰਾਂ ਦੇ ਵਿੱਚ ਤੁਸੀਂ ਦੇਖੋਗੇ ਘੱਟ ਹੀ ਆਉਂਦਾ ਹੈ। ਤਾਂ ਮੈਂ ਨੌਕਰੀ ਦੇ ਦੌਰਾਨ ਵੀ ਜਾ ਕੇ ਕਲਾਸਰੂਮ ਦੇ ਵਿੱਚ ਪਹਾੜਾ ਪੜਾਉਂਦਾ ਹੁੰਦਾ ਸੀ, ਠੀਕ ਹੈ। ਅੱਜ ਵੀ ਮੇਰਾ ਇਹੀ ਕੰਮ ਹੈ ਜੀ, ਮੈਂ ਸਕੂਲਾਂ ਦੇ ਵਿੱਚ ਜਾਂਦਾ ਹਾਂ, ਜਾਂ ਜਿੱਥੇ ਬੱਚੇ ਮਿਲਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਮੈਂ ਉਹਨਾਂ ਨੂੰ ਕੁਛ ਨਾ ਕੁਛ ਪਹਾੜਾ ਵੀ ਪੜਾਉਂਦਾ ਹਾਂ, ਹੋਰ ਵੀ ਚੀਜ਼ ਆਪ। ਔਰ ਤੁਸੀਂ ਦੇਖੋਗੇ कि कैरियर गाइडेंस भी एक बहुत इंपॉर्टेंट चीज़ है। yes. क्योंकि बच्चे गुमराह हो रहे हैं, बच्चे बाहर जा रहे हैं, ਜਾਂ ਉਹਨਾਂ ਨੂੰ ਪਤਾ ਨਹੀਂ ਹੈ ਕਿ ਕਰਨਾ ਕੀ ਹੈ, ਉਹਦੇ ਵਾਸਤੇ ਕੀ ਪੜ੍ਹਾਈ ਕਰਨੀ ਹੈ। ਤਾਂ ਇਹ ਮੇਰਾ ਸ਼ੁਰੂ ਤੋਂ ਹੀ ਰਿਹਾ ਹੈ, ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਨਾਲ ਮੇਰਾ ਲਗਾਵ ਰਿਹਾ ਹੈ, ਔਰ ਉਹ ਅੱਜ ਵੀ ਹੈ। ਔਰ ਅਸੀਂ ਮਤਲਬ ਇੱਕ ਤੁਸੀਂ ਕਹੋਗੇ ਨਾ ਕਿ ਇੱਕ ਲਾਈਨ ਹੁੰਦਾ ਹੈ ਨਾ ਜੀ, ਇੱਕ ਬੈਰੀਅਰ ਹੁੰਦਾ ਹੈ, ਉਸ ਬੈਰੀਅਰ ਤੋਂ ਅੱਗੇ ਜਾ ਕੇ
ਅਸੀਂ ਬੱਚਿਆਂ ਨੂੰ ਗਾਈਡ ਕਰਦੇ ਹਾਂ, ਟੀਚਰਸ ਨੂੰ ਵੀ ਗਾਈਡ ਕਰਦੇ ਹਾਂ, ਕਿਉਂਕਿ ਸਾਡਾ ਜਿਹੜਾ ਸੈਟਅਪ ਹੈ ਨਾ, ਤੁਸੀਂ ਦੇਖੋਗੇ ਇਹ ਮੈਮੋਰੀ ਬੇਸਡ ਇਵੈਲੂਏਸ਼ਨ ਸਿਸਟਮ ਹੈ। ਬੱਚਿਆਂ ਦਾ ਜੋ ਮਾਈਂਡ ਹੁੰਦਾ ਹੈ ਨਾ ਜੀ, ਮਾਈਂਡ ਨੂੰ ਖੋਲਣਾ ਬਹੁਤ ਜ਼ਰੂਰੀ ਹੁੰਦਾ ਹੈ, ਠੀਕ ਹੈ ਕਿ ਨਹੀਂ। ਤੇ ਇਸ ਕਰਕੇ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਐਜੂਕੇਸ਼ਨ ਦੇ ਥਰੂ ਬੱਚਿਆਂ ਨੂੰ ਮਤਲਬ ਇਸ ਤਰੀਕੇ ਦੇ ਨਾਲ ਪ੍ਰਮੋਟ ਕੀਤਾ ਜਾਵੇ, ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਕਿ ਉਹ ਸਾਡੀ ਸੁਸਾਇਟੀ ਵਾਸਤੇ ਐਸੈਟ ਬਣ ਸਕਣ। ਬਟ ਸਰ ਓਪਰਚੁਨਿਟੀਜ਼ ਅਕੋਰਡਿੰਗ ਹਰ ਚੀਜ਼ ਜੀ, ਹਰ ਚੀਜ਼ ਹੈ, ਹਰ ਚੀਜ਼ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਵੀ ਮਿਲਣਾ ਹੈ, ਪੰਜਾਬ ਦੇ ਵਿੱਚ ਵੀ ਮਿਲਣਾ ਹੈ, ਇੰਡੀਆ ਦੇ ਵਿੱਚ ਵੀ ਮਿਲਣਾ ਹੈ। ਐਸਾ ਨਹੀਂ ਹੈ ਕਿ ਹਾਂ ਇੱਥੇ ਅਪੋਰਚੁਨਿਟੀ ਨਹੀਂ ਹੈ। ਇੱਕ ਧਾਰਨਾ ਬਣ ਗਈ ਹੈ ਕਿ ਇੰਡੀਆ ਦੇ ਵਿੱਚ ਕੁਝ ਹੈ ਨਹੀਂ, ਪੰਜਾਬ ਦੇ ਵਿੱਚ, ਅੰਮ੍ਰਿਤਸਰ, ਜਲੰਧਰ ਦੇ ਵਿੱਚ ਕੁਝ ਨਹੀਂ ਹੈ। ਹਰ ਚੀਜ਼ ਇੱਥੇ ਹੈ, ਹਰ ਚੀਜ਼ ਹੈ ਔਰ ਵਧੀਆ ਸਿਸਟਮ ਹੈ। ਸਿਰਫ ਹੈ ਕਿ ਆਪਣੀ એનર્ਜੀ ਨੂੰ ਕਿਸ ਤਰੀਕੇ ਦੇ ਨਾਲ ਚੈਨਲਾਈਜ਼ ਕਰਨਾ ਹੈ ਔਰ ਕੰਪੀਟੀਟਿਵ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲੈ ਕੇ ਆਉਣਾ ਹੈ। ਸਰ ਤੇ ਇਹ ਗਾਈਡੈਂਸ ਅਸੀਂ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਦਿੰਦੇ ਹਾਂ। ਕਿਤੇ ਪੇਰੈਂਟਿੰਗ ਐਜੂਕੇਸ਼ਨ ਵੀ ਲੈਕ ਕਰਦੀ, ਪੇਰੈਂਟਸ ਦਾ ਵੀ ਰੋਲ ਰਹਿੰਦਾ ਵਿੱਚ? ਨਹੀਂ, ਦੇਖੋ ਪੇਰੈਂਟਸ ਦਾ ਹੁੰਦਾ ਹੈ ਨਾ ਕਿ ਪੇਰੈਂਟਸ ਹਮੇਸ਼ਾ ਚਿੰਤਿਤ ਰਹਿੰਦੇ ਨੇ, ਸਟ੍ਰੈਸਫੁਲ ਰਹਿੰਦੇ ਨੇ ਕਿ ਹਾਂ ਉਹਨਾਂ ਦੇ ਬੱਚੇ ਅੱਗੇ ਚੱਲ ਕੇ ਕੀ ਕਰਨਗੇ। ਜਿਸ ਤਰੀਕੇ ਦਾ ਮਾਹੌਲ ਹੈ ਉਸੇ ਤਰੀਕੇ ਦੇ ਨਾਲ ਤਾਂ ਅਸੀਂ ਪੇਰੈਂਟਸ ਨੂੰ ਵੀ ਗਾਈਡ ਕਰਦੇ ਹਾਂ ਕਿ ਤੁਸੀਂ ਚਿੰਤਾ ਨਾ ਕਰੋ, ਬੱਚਿਆਂ ਨੂੰ ਨੈਚੁਰਲ ਤਰੀਕੇ ਦੇ ਨਾਲ ਇਹਨਾਂ ਨੂੰ ਗਰੋ ਕਰਨ ਦਿਓ, ਇਹਨਾਂ ਨੂੰ ਪੜ੍ਹਾ ਦਿਓ। ਔਰ ਕੀ ਪੜ੍ਹਨਾ ਹੈ, ਕਿਸ ਤਰੀਕੇ ਦੇ ਨਾਲ ਪੜ੍ਹਨਾ ਹੈ, ਉਹ ਕੰਮ ਅੰਮ੍ਰਿਤਸਰ ਦੇ ਵਿੱਚ ਤਾਂ ਮੈਂ ਪਹਿਲਾਂ ਤੋਂ ਹੀ ਕਰਦਾ ਆ ਰਿਹਾ ਹਾਂ ਔਰ ਹੁਣ ਵੀ ਕਰ ਰਿਹਾ ਹਾਂ। ਮੈਨੂੰ ਲੱਗ ਰਿਹਾ ਹੈ ਕਿ ਹਾਂ ਇਹ ਵੀ ਐਜੂਕੇਸ਼ਨ ਦਾ ਜਿਹੜਾ ਜੋ ਐਕਸਪੈਰੀਮੈਂਟ ਹੈ ਵਧੀਆ ਤਰੀਕੇ ਦੇ ਨਾਲ ਚੱਲੂਗਾ। ਤੇ ਸਰ ਜੋ ਯੰਗ ਬੱਚੇ ਨੇ ਕੀ ਡੂ ਯੰਗ ਪੀਪਲ ਸ਼ੁੱਡ ਜੁਆਇਨ ਪੋਲਿਟਿਕਸ ਇਨ ਫਿਊਚਰ, ਕਿ ਅਗਰ ਕਿਸੇ ਦਾ ਇੰਟਰਸਟ ਹੋਵੇ? ਜੇਕਰ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਹਾਲੇ ਤੱਕ ਪੋਲਿਟਿਕਸ ਜੁਆਇਨ ਹੀ ਨਹੀਂ ਕੀਤੀ ਹੈ। ਓਕੇ, ਮੈਂ ਵੀ ਬੋਲਦਾ ਹਾਂ ਕਿ ਰਾਜਨੀਤੀ ਕਰਨੀ ਨਹੀਂ, ਰਾਜਨੀਤੀ ਸਿੱਖਣੀ ਨਹੀਂ। ਕਾਰਨ ਕੀ ਹੈ ਕਿ ਤੁਸੀਂ ਪੋਲਿਟਿਕਸ ਜੁਆਇਨ ਕਰਨ ਦੀ ਗੱਲ ਕਰ ਰਹੇ ਹੋ। ਜੋ ਪੋਲਿਟਿਕਸ ਹੈ ਨਾ ਜੀ, ਇਹ ਡਰਟੀ ਪੋਲਿਟਿਕਸ ਹੈ, ਸਾਰਿਆਂ ਨੂੰ ਪਤਾ ਹੈ ਜੀ। ਇਸ ਕਰਕੇ ਕੋਈ ਉਹਦੇ ਵਿੱਚ ਇੰਟਰ ਕਰਨਾ ਨਹੀਂ ਚਾਹੁੰਦਾ ਚੰਗਾ ਵਿਅਕਤੀ, ਜਾਂ ਕੋਈ ਵਧੀਆ ਗਾਰਜੀਅਨ ਹੈ ਉਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਬੱਚਾ ਰਾਜਨੀਤੀ ਦੇ ਫੀਲਡ ਦੇ ਵਿੱਚ ਜਾਵੇ। ਓਕੇ, ਅਸੀਂ ਇਸ ਮੰਤਵ ਦੇ ਨਾਲ ਇੱਧਰ ਆਏ ਹਾਂ ਕਿ ਰਾਜਨੀਤੀ ਦੇ ਵਿੱਚ ਜੋ ਗੰਦਗੀ ਹੈ ਨਾ ਉਹਨੂੰ ਸਾਫ਼ ਕਰਨਾ ਹੈ। ਇੰਨਾ ਵਧੀਆ ਤਰੀਕੇ ਦੇ ਨਾਲ ਸਾਫ਼ ਕਰ ਦਿਓ ਕਿ ਕੋਈ ਵੀ ਬੱਚਾ ਹੈ ਉਹ ਜੇਕਰ ਸੋਚਦਾ ਹੈ ਨਾ ਕਿ ਰਾਜਨੀਤੀ ਦੇ ਵਿੱਚ ਆਉਣਾ ਹੈ ਤਾਂ ਬੇਹਿਚਕ ਵਿਦਆਊਟ ਹੈजिटेशन ਆ ਸਕੇ ਔਰ ਗਾਰਜੀਅਨ ਵੀ ਵਿਦਆਊਟ ਹੈजिटेशन ਕਹਿ ਸਕੇ ਕਿ ਚਾਹੋ ਜੀ ਪੋਲਿਟਿਕਸ ਦੇ ਵਿੱਚ ਆਓ। ਅਸੀਂ ਮਤਲਬ ਕੋਈ ਡਰ ਦਾ ਮਾਹੌਲ ਨਾ ਹਾਂ, ਨਹੀਂ ਉਹ ਤਾਂ ਦੇਖੋ ਡਰ ਤਾਂ ਹੈ ਹੀ ਨਹੀਂ ਨਾ, ਉਹ ਤਾਂ ਮਤਲਬ ਡਰਟੀ ਪੋਲਿਟਿਕਸ ਹੈ। ਉਹਦੇ ਵਿੱਚ ਇੰਟਰ ਕਰੋਗੇ ਤਾਂ ਗੰਦਗੀ ਤਾਂ ਲੱਗਣੀ ਹੀ ਲੱਗਣੀ, ਲੇਕਿਨ ਹੈ ਕਿ ਉਸ ਦੀ ਸਫਾਈ ਵੀ ਕਰਨੀ ਹੈ ਉਹਦੇ ਵਿੱਚ ਇੰਟਰ ਕਰਕੇ ਹੀ, ਤਾਂ ਅਸੀਂ ਉਸ ਦੀ ਸਫਾਈ ਕਰਦੇ ਹਾਂ ਔਰ ਇਹ ਸਾਫ਼ ਹੋ ਜਾਏਗਾ। ਮੈਨੂੰ ਲੱਗ ਰਿਹਾ ਹੈ ਕਿ ਬਹੁਤ, ਮੈਂ ਤਾਂ ਅੰਮ੍ਰਿਤਸਰ ਦੇ ਵਿੱਚ ਬੋਲਦਾ ਸੀ ਜਦੋਂ ਕੈਂਪੇਨਿੰਗ ਕਰਦਾ ਸੀ ਕਿ ਜਦੋਂ ਇਸ ਗੰਦਗੀ ਨੂੰ ਅਸੀਂ ਸਾਫ਼ ਕਰ ਦੇਵਾਂਗੇ, ਜਦੋਂ ਪੋਲਿਟਿਕਸ ਕਲੀਨ ਹੋ ਜਾਏਗੀ ਤਾਂ ਤੁਹਾਡੇ ਨਾਲ ਹੀ ਮੈਂ ਵੀ ਪੋਲਿਟਿਕਸ ਦੇ ਵਿੱਚ ਇੰਟਰ ਕਰਾਂਗਾ। ਮੈਂ ਆਪਣੀ ਕੈਂਪੇਨਿੰਗ ਦੇ ਵਿੱਚ ਬੋਲਦਾ ਸੀ ਔਰ ਵਹੀ ਚੱਲ ਰਿਹਾ ਹੈ ਸਿਸਟਮ ਔਰ ਅਸੀਂ ਪੋਲਿਟਿਕਸ ਨੂੰ ਕਲੀਨ ਕਰ ਰਹੇ ਹਾਂ, ਸਿਸਟਮ ਨੂੰ ਕਲੀਨ ਕਰ ਰਹੇ ਹਾਂ। ਠੀਕ ਹੈ ਸਰ, ਇੱਕ ਤੁਹਾਡਾ ਇੱਕ ਅਭਿਆਨ ਹੈ ਕਲੀਨ ਅੰਮ੍ਰਿਤਸਰ, ਗ੍ਰੀਨ ਅੰਮ੍ਰਿਤਸਰ। ਓਕੇ ਸਰ, ਇਸ ਚੀਜ਼ ਬਾਰੇ ਕੀ ਆਪਣਾ ਵਿਊ ਹੈ? ਨਹੀਂ ਦੇਖੋ, ਹੁੰਦਾ ਕੀ ਹੈ ਕੀ ਕਨਸੈਪਟ ਅੱਜ ਤੁਸੀਂ ਦੇਖੋ, ਅਸੀਂ ਇਹ ਜੂਨ ਜੁਲਾਈ ਦਾ ਮਹੀਨਾ ਹੁੰਦਾ ਹੈ, ਹਿਊਮਿਡਿਟੀ ਬਹੁਤ ਹੈ। ਹਿਊਮਿਡਿਟੀ ਕਿਉਂ ਹੈ? ਕਿਉਂਕਿ ਤੁਸੀਂ ਦੇਖੋ ਜੋ ਕਲਾਈਮੇਟ ਚੇਂਜ ਹੈ, ਕਲਾਈਮੇਟ ਚੇਂਜ ਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਨੇ ਜੀ, ਸਮੁੰਦਰ ਹੈ ਉਹਦਾ ਜਲ ਸਤਰ ਵਧ ਰਿਹਾ ਹੈ ਜੀ। ਹੁਣ ਐਗਜ਼ਿਸਟੈਂਸ, ਖਾਸ ਕਰਕੇ ਤੁਸੀਂ ਦੇਖੋਗੇ ਸਮੁੰਦਰ ਦੇ ਕਿਨਾਰੇ ਜਿਹੜੇ ਸ਼ਹਿਰ ਨੇ, ਭਾਵੇਂ ਇੰਡੀਆ ਦੇ ਨੇ ਜਾਂ ਦੂਸਰੇ ਕੰਟਰੀਜ਼ ਦੇ ਨੇ, ਉਹਨਾਂ ਦੇ ਐਗਜ਼ਿਸਟੈਂਸ ਤੇ ਖਤਰਾ। ਔਰ ਅੱਜ ਤਾਂ ਚਲੋ ਏਸੀ ਲਗਾ ਕੇ ਅਸੀਂ ਕੰਮ ਚਲਾ ਰਹੇ ਹਾਂ, ਲੇਕਿਨ ਜਿੰਨਾ ਜ਼ਿਆਦਾ ਏਸੀ ਅਸੀਂ ਚਲਾਵਾਂਗੇ ਉਹਨਾਂ ਜ਼ਿਆਦਾ ਹੋਰ ਮਤਲਬ ਐਮਿਸ਼ਨ ਵਧੂਗਾ, ਸਿਸਟਮ ਖਰਾਬ ਹੋ ਰਿਹਾ ਹੈ। ਇਸ ਕਰਕੇ ਦੇਖੋ ਸਾਫ ਸਫਾਈ ਤੇ ਗ੍ਰੀਨਰੀ ਬਹੁਤ ਜ਼ਰੂਰੀ ਹੈ। ਆਕਸੀਜਨ ਕਿੱਥੋਂ ਮਿਲਦਾ ਹੈ? ਆਕਸੀਜਨ ਪੇੜ ਪੌਦਿਆਂ ਤੋਂ ਹੀ ਮਿਲਦਾ ਹੈ। ਤੇ ਇਸ ਕਰਕੇ ਅਸੀਂ ਇੱਕ ਤਾਂ ਸਾਫ ਸਫਾਈ ਇਨਸ਼ੋਰ ਕਰਨਾ ਹੈ ਔਰ ਇੱਕ ਗ੍ਰੀਨਰੀ ਜ਼ਰੂਰੀ ਹੈ। ਤਾਂ ਅਸੀਂ ਇਸ ਨੂੰ ਕੈਂਪੇਨ ਦੇ ਰੂਪ ਦੇ ਵਿੱਚ
ਚਲਾ ਰਹੇ ਫॉर ਆਰ ਫਿਊਚਰ। ਸਾਡਾ ਮਕਸਦ ਹੈ ਕਿ ਅਸੀਂ ਇੰਦੌਰ ਦਾ ਐਗਜ਼ਾਮਪਲ ਦਿੰਦੇ ਹਾਂ। ਠੀਕ ਹੈ, ਜੇਕਰ ਇੰਦੌਰ ਸਾਫ਼ ਹੋ ਸਕਦਾ ਹੈ ਤਾਂ ਅੰਮ੍ਰਿਤਸਰ ਕਿਉਂ ਨਹੀਂ ਸਾਫ਼ ਹੋ ਸਕਦਾ ਹੈ। ਹੋ ਤਾਂ ਸਕਦਾ। ਮੈਂ ਆਪਣੀ ਕਨਸਟੀਚੁਐਂਸੀ ਤੋਂ ਹੀ ਲੈ ਕੇ ਮੈਂ ਚੱਲਦਾ ਹਾਂ। ਸਾਡੇ ਨਾਲ ਜਿਹੜੇ ਇੰਡਸਟਰੀਅਲਿਸਟ ਵਗੈਰਾ ਨੇ ਉਹ ਵੀ ਦੇਖੋ ਡਸਟਬਿਨ ਲੈ ਕੇ ਚੱਲਦੇ ਨੇ ਕੰਪਨੀ ਬਾਗ ਦੇ ਵਿੱਚ ਜਾਂ ਗਲੀਆਂ ਦੇ ਵਿੱਚ, ਚਾਹੇ ਗਲੀ ਕੋਈ ਵੀ ਹੋਵੇ। ਐਜੂਕੇਟਿਡ। ਮੇਰੀ ਜੋ ਕੰਸਟੀਚੁਐਂਸੀ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਕਲੀਅਰ ਕੱਟ 3 ਡਿਵੀਜ਼ਨ ਨੇ ਜੀ। ਇੱਕ ਸਿਵਲ ਲਾਈਨ ਦਾ ਏਰੀਆ ਹੈ ਜਿਹਨੂੰ ਪੌਸ਼ ਏਰੀਆ ਅਸੀਂ ਬੋਲਦੇ ਹਾਂ। ਇੱਕ ਮੁਸਤਫਾਬਾਦ ਹੋ ਗਿਆ ਜਾਂ ਫੈਜ਼ਪੁਰਾ ਆਬਾਦੀ, ਜਿਸ ਨੂੰ ਆਬਾਦੀ ਕਿਹਾ ਜਾਂਦਾ ਹੈ, ਉਹ ਵੀ ਏਰੀਆ ਹੈ। ਇੱਕ ਵਿਜੇ ਨਗਰ और गोपाल नगर ਦਾ ਏਰੀਆ ਹੈ ਜਿੱਥੇ ਮਿਡਲ ਕਲਾਸ ਬਹੁਤ ਮਤਲਬ ਵੈਲ ਅਵੇਅਰਡ ਔਰ ਵਧੀਆ ਮਤਲਬ ਤੁਸੀਂ ਕਹੋਗੇ ਵੈਲ ਐਜੂਕੇਟਿਡ ਲੋਕ ਰਹਿੰਦੇ ਨੇ। ਚੌਥਾ ਵੀ ਇੱਕ ਹੈ ਜੋ ਪੰਚਾਇਤ ਦਾ ਏਰੀਆ ਹੈ। ਓਕੇ। ਹਾਲਾਂਕਿ ਉਹ ਹੈ ਸ਼ਹਿਰ ਦਾ ਹਿੱਸਾ ਲੇਕਿਨ ਟ੍ਰੈਡੀਸ਼ਨਲੀ ਪੰਚਾਇਤ ਦੇ ਵਿੱਚ ਹੈ। ਤਾਂ ਇਹ 4 ਕਲੀਅਰ ਕੱਟ ਡਿਵੀਜ਼ਨ ਹੈ। ਮੈਂ ਕੋਸ਼ਿਸ਼ ਇਹੀ ਕਰਦਾ ਹਾਂ ਕਿ ਹਰ ਏਰੀਏ ਨੂੰ ਬਰਾਬਰ ਇੱਕ ਮਤਲਬ ਵੇਟੇਜ ਦੇ ਕੇ ਹਰ ਜਿੱਥੇ ਜਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਮੈਂ ਕਰਦਾ ਹਾਂ। ਤੇ ਸਾਫ ਸਫਾਈ ਵਾਲਾ ਵੀ ਜਿਹੜਾ ਸਿਸਟਮ ਹੈ ਨਾ ਇਹ ਮੈਂ ਹਰ ਏਰੀਏ ਦੇ ਵਿੱਚ ਰੱਖਦਾ ਹਾਂ। ਤਕਰੀਬਨ ਅਸੀਂ ਮਤਲਬ ਜਦੋਂ ਟਾਈਮ ਹੁੰਦਾ ਹੈ ਮਤਲਬ ਸੰਡੇ ਦਾ ਤਾਂ ਹੁੰਦਾ ਹੀ ਹੁੰਦਾ ਹੈ, ਉਸ ਤੋਂ ਇਲਾਵਾ ਵੀ। ਔਰ ਅਸੀਂ ਜਾਣਦੇ ਹਾਂ ਸਾਡੇ ਜਾਣ ਦਾ ਮਤਲਬ ਇਹ ਹੁੰਦਾ ਹੈ, ਉਹਦਾ ਮਕਸਦ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰੀਏ ਤਾਂ ਜੋ ਉਹ ਆਪਣੇ ਆਪ ਹੀ ਸਾਫ ਸਫਾਈ ਇਨਸ਼ੋਰ ਕਰਨ। ਕਿ ਲੋਕ ਤਾਂ ਉਸ ਦੇ ਨਾਲ ਕੀ ਹੋਊਗਾ ਕਿ ਇੱਕ ਕ੍ਰਾਂਤੀ ਦਾ ਰੂਪ ਲੈ ਲੂਗਾ ਤੇ ਫਿਰ ਇਹ ਟੋਟਲ ਪੋਲੀਟੀਕਲ ਰਿਵੋਲੂਸ਼ਨ ਦਾ ਇੱਕ ਹਿੱਸਾ ਇਹ ਵੀ ਬਣ ਜਾਣਾ ਹੈ। ਠੀਕ ਹੈ ਕਿ ਨਹੀਂ? ਤੇ ਇਸ ਕਰਕੇ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰਹਿਣਾ ਹੈ। ਵੈਸੇ ਹੀ ਵੀ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਹੈ ਨਾ ਕਿ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਹੈ। ਤਾਂ ਪਵਿੱਤਰ ਸ਼ਹਿਰ ਦੀ ਪਵਿੱਤਰਤਾ ਨੂੰ ਬਣਾਏ ਰੱਖਣਾ ਸਾਡਾ ਸਾਰਿਆਂ ਦਾ ਕਰਤੱਵ ਹੈ, ਸਾਡੀ ਰਿਸਪੌਂਸਿਬਿਲਿਟੀ ਹੈ। ਔਰ ਗ੍ਰੀਨਰੀ ਬਹੁਤ ਜ਼ਰੂਰੀ ਹੈ। ਪੇੜ ਦੇਖੋ ਡਿਵੈਲਪਮੈਂਟ ਵਾਸਤੇ ਪੇੜਾਂ ਦੀ ਕਟਾਈ ਬਹੁਤ ਜ਼ਿਆਦਾ ਹੋਈ ਹੈ। ਮਾਲ ਰੋਡ ਦੇਖੋ, ਕੋਟ ਰੋਡ ਦੇਖੋ, ਛਾਟਾ ਵਾਲੀ ਸੜਕ ਦੇਖੋ, ਜੀਟੀ ਰੋਡ ਦੇਖੋ। ਮੈਂ ਅੰਮ੍ਰਿਤਸਰ ਦੀ ਗੱਲ ਕਰਦਾ ਹਾਂ। ਇੱਕ ਸੜਕ ਦੇ ਵਿਚਕਾਰ ਸੜਕ ਬਣੀ BRTS, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪੇੜ ਕੱਟ ਦਿੱਤੇ ਗਏ। ਔਰ ਨਵਾਂ ਪੇੜ ਜੇਕਰ ਲਗਾਉਣਾ ਹੈ ਤਾਂ ਬਹੁਤ ਔਖਾ ਕੰਮ ਹੁੰਦਾ ਹੈ। ਇਸ ਕਰਕੇ ਸਾਡਾ ਮਕਸਦ ਹੈ ਕਿ ਵੱਧ ਤੋਂ ਵੱਧ ਪੇੜ ਲਗਾਏ ਜਾਣ। ਇੱਕ ਸਾਲ ਦੇ ਵਿੱਚ ਅਸੀਂ ਘੱਟੋ ਘੱਟ 1 ਲੱਖ ਪੇੜ ਅੰਮ੍ਰਿਤਸਰ ਦੇ ਵਿੱਚ ਲਗਾਉਣ ਦਾ ਅਸੀਂ ਸੰਕਲਪ ਲਿਆ ਹੈ। ਜੇ 1 ਲੱਖ ਅਸੀਂ ਇਸ ਸਾਲ ਲਗਾ ਦੇਣੀ ਹਾਂ ਤਾਂ ਉਸ ਤੋਂ ਬਾਅਦ ਫਿਰ ਸਾਡੇ ਵਾਸਤੇ ਇਹ ਹੋ ਜਾਏਗਾ ਕਿ ਹਾਂ ਗ੍ਰੀਨਰੀ ਅਸੀਂ ਇਨਸ਼ੋਰ ਕਰਾਂਗੇ ਕਿ ਅੰਮ੍ਰਿਤਸਰ ਦੇ ਵਿੱਚ ਗ੍ਰੀਨਰੀ। ਸਰ ਇੱਕ ਹੋਰ ਚੀਜ਼, ਤੁਸੀਂ ਵਿਧਾਨ ਸਭਾ 'ਚ ਆਪਣੀ ਪਿੱਚ ਕਰਦੇ ਹੋ, ਆਪਣੇ ਮੁੱਦੇ ਰੱਖਦੇ ਹੋ, ਸਰ ਉਹ ਕਿੰਨੇ ਟਾਈਮ ਦੇ ਅੰਦਰ ਉਹ ਐਕਚੁਅਲੀ ਜਨਤਾ ਦਾ ਕੁਐਸਚਨ ਸੀਗਾ, ਤੁਸੀਂ ਆਪਣਾ ਪਿੱਚ ਕਰਤਾ ਬਟ ਕਿੰਨਾ ਟਾਈਮ ਲੱਗਦਾ ਸਰ ਉਹਨੂੰ ਦੇਖੋ ਇੰਪਲੀਮੈਂਟ ਹੋਣ 'ਚ? ਪਹਿਲਾਂ ਕੀ ਹੁੰਦਾ ਸੀ ਕਿ ਕੋਈ ਵੀ ਸਿਸਟਮ ਹੈ ਨਾ ਜਾਂ ਕੋਈ ਪ੍ਰੋਬਲਮ ਹੈ ਉਹ ਅਸੈਂਬਲੀ ਦੇ ਵਿੱਚ ਰੱਖਿਆ ਜਾਂਦਾ ਸੀ। ਅਸੈਂਬਲੀ ਤੋਂ ਸਰਕਾਰ ਦੇ ਕੋਲ, ਸਰਕਾਰ ਤੋਂ ਫਿਰ ਲੋਕਲ ਲੈਵਲ ਤੇ ਆਉਂਦਾ ਹੁੰਦਾ ਸੀ। ਠੀਕ ਹੈ। और आज भी सिस्टम यही है, ठीक है। लेकिन थोड़ा सा अब मान लो डॉग्स की समस्या है जी, ठीक है ना, आवारा कुत्तियां की समस्या है। फर्स्ट टाइम किसी ने असेंबली ਦੇ ਵਿੱਚ ਇਸ ਦੀ ਗੱਲ ਕੀਤੀ ਹੋਗੀ, ਮੈਂ ਗੱਲ ਕੀਤੀ, ਠੀਕ ਹੈ। ਹੁਣ ਦੇਖੋ ਜੋ ਸਲਾਹ ਮੈਂ ਦਿੱਤੀ ਸੀ ਅਸੈਂਬਲੀ ਦੇ ਵਿੱਚ, ਹੋ ਸਕਦਾ ਹੈ ਕਿ ਟਾਈਮ ਲੱਗ ਜਾਵੇ ਜੀ, ਹੋ ਸਕਦਾ ਹੈ, ਲੇਕਿਨ ਇੰਪਲੀਮੈਂਟੇਸ਼ਨ ਹੋਣਾ ਹੀ ਹੋਣਾ ਹੈ। ਇੰਪਲੀਮੈਂਟੇਸ਼ਨ ਹੋਣਾ ਹੀ ਹੋਣਾ ਹੈ। ਮੈਂ ਸਾਫ਼ ਪਾਣੀ ਦੀ ਗੱਲ ਕੀਤੀ ਸੀ ਕਿਉਂਕਿ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਸੀ, ਆਜ਼ਾਦੀ ਦੇ 75 ਸਾਲ ਪੂਰੇ ਹੋਏ ਸੀ। ਮੈਂ ਕਿਹਾ ਕਿ ਠੀਕ ਹੈ, ਸਾਡੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਸਾਫ਼ ਪਾਣੀ ਹੀ ਦੇ ਦਿਓ, ਸੀਵਰੇਜ ਸਿਸਟਮ ਵਧੀਆ ਕਰ ਦਿਓ, ਸਾਡੇ ਵਾਸਤੇ ਇਹੀ ਅੰਮ੍ਰਿਤ ਮਹੋਤਸਵ ਹੈ। ਅੱਜ ਵੀ ਤੁਸੀਂ ਦੇਖੋ ਬਰਸਾਤ ਦਾ ਮੌਸਮ ਹੈ, ਬਹੁਤ ਪਰੇਸ਼ਾਨੀ ਆਉਂਦੀ ਹੈ ਔਰ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਨਾ ਕਿ ਸਾਰਾ ਸਿਸਟਮ ਮਤਲਬ ਅਸਤ ਵਿਅਸਤ ਹੋ ਜਾਂਦਾ ਹੈ। ਤੇ ਇਸ ਕਰਕੇ ਮਤਲਬ ਮੇਰਾ ਇਹੀ ਹੈ ਕਿ ਭਾਵੇਂ ਅਸੈਂਬਲੀ ਦੇ ਵਿੱਚ ਗੱਲ ਕਰਕੇ ਹੋਵੇ, ਅਸੈਂਬਲੀ ਦੇ ਵਿੱਚ ਮੈਂ ਜਨਤਾ ਦੀ ਹੀ ਗੱਲ ਰੱਖਦਾ ਹਾਂ। ਜਨਤਾ ਦੇ ਹੱਕ ਸੱਚ ਦੀ ਜੋ ਆਵਾਜ਼ ਹੈ ਵਹੀ ਆਵਾਜ਼ ਮੈਂ ਬੁਲੰਦ ਕਰਦਾ ਹਾਂ। ਔਰ ਮਤਲਬ ਆਪਣੀ ਕਨਸਟੀਚੁਐਂਸੀ ਦੇ ਵਿੱਚ ਵੀ ਜਾਂ ਤੁਸੀਂ ਕਹੋ ਜੋ ਪਬਲਿਕ ਦੇ ਵਿੱਚ ਵੀ ਮੈਂ ਵਹੀ ਗੱਲ ਕਰਦਾ ਹਾਂ ਜੋ ਜਨਤਾ ਵਾਸਤੇ ਜ਼ਰੂਰੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਧੀਆ ਯੂਨੀਵਰਸਿਟੀ ਬਣਾਉਣ ਵਾਸਤੇ ਆਪਣਾ ਜਿਹੜਾ ਮੈਡੀਕਲ ਕਾਲਜ ਹੈ, ਗੌਰਮੈਂਟ ਮੈਡੀਕਲ ਕਾਲਜ, ਇਹ ਵਰਲਡ ਕਲਾਸ ਦਾ ਮੈਡੀਕਲ ਕਾਲਜ ਹੋਵੇ, ਇਸ ਤਰੀਕੇ ਦੇ ਨਾਲ ਸਾਡਾ ਗੌਰਮੈਂਟ ਕਾਲਜ ਹੈ। ਮੇਰਾ ਤਾਂ ਇਹੀ ਮਕਸਦ ਹੁੰਦਾ ਹੈ ਨਾ ਕਿ ਸਾਰਾ ਸੈਟਅਪ ਜਿਹੜਾ ਹੈ ਆਪਣਾ ਉਹ ਵਰਲਡ ਕਲਾਸ ਦਾ ਹੋਵੇ ਤਾਂ ਜੋ ਲੋਕੀ ਬਾਹਰ ਭੱਜਦੇ ਨੇ ਉਹ ਸਾਰਾ ਕੁਝ ਇੱਥੇ ਮਿਲ ਜਾਵੇ। ਖਰਚਾ ਤਾਂ ਅਸੀਂ ਕਰ ਹੀ ਰਹੇ ਹਨ ਤੇ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਖਰਚਾ ਕਰਾਂਗੇ ਤਾਂ ਸਾਨੂੰ ਯੂਨੀਵਰਸਿਟੀ ਇੱਥੇ ਮਿਲ ਜਾਊਗੀ। ਆਕਸਫੋਰਡ ਵਰਗੀ ਯੂਨੀਵਰਸਿਟੀ ਜੇਕਰ ਮੰਨ ਲਓ ਅੰਮ੍ਰਿਤਸਰ ਦੇ ਵਿੱਚ ਮਿਲ ਜਾਵੇ, ਜੇਕਰ ਹਸਪੀਟਲ
ਜੋ ਹੈ ਸਾਡਾ ਗੁਰੂ ਨਾਨਕ ਦੇਵ ਹਸਪੀਟਲ ਜਾਂ ਮੈਡੀਕਲ ਕਾਲਜ ਇਹ ਵਰਲਡ ਕਲਾਸ ਦਾ ਇੱਥੇ ਹੋ ਜਾਵੇ ਤਾਂ ਲੋਕੀ ਕਿਉਂ ਇਲਾਜ ਵਾਸਤੇ ਬਾਹਰ ਜਾਣਗੇ, ਠੀਕ ਹੈ ਕਿ ਨਹੀਂ। ਤੇ ਸਾਡਾ ਇਹ ਮਕਸਦ ਹੁੰਦਾ ਹੈ ਤੇ ਕੋਸ਼ਿਸ਼ ਵੀ ਸਾਡੀ यही है और ਕੋਸ਼ਿਸ਼ ਜੋ ਹੈ ਉਹ ਰਾਈਟ ਡਾਇਰੈਕਸ਼ਨ ਦੇ ਵਿੱਚ ਹੈ ਔਰ ਉਹ ਜਨਤਾ ਦੀਆਂ ਸਮੱਸਿਆਵਾਂ ਨੂੰ, ਜਨਤਾ ਦੀਆਂ ਜ਼ਰੂਰਤਾਂ ਨੇ, ਉਹ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਮੈਂ ਚੱਲਦਾ ਹਾਂ ਹਮੇਸ਼ਾ। ਮੇਰਾ ਆਪਣਾ ਕੋਈ ਏਜੰਡਾ ਨਹੀਂ ਹੁੰਦਾ। ਨਾਰਮਲੀ ਕੀ ਹੁੰਦਾ ਹੈ, ਪੋਲੀਟੀਸ਼ੀਅਨ ਦਾ ਹਿਡਨ ਏਜੰਡਾ ਹੁੰਦਾ ਹੈ, ਸਾਡਾ ਕੋਈ ਹਿਡਨ ਨਹੀਂ ਹੈ। ਜੋ ਅੰਦਰ ਹੈ ਵਹੀ ਬਾਹਰ ਹੈ, ਜੋ ਬਾਹਰ ਹੈ ਵਹੀ ਅੰਦਰ ਹੈ। ਤਾਂ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲਦੇ ਹਾਂ। ਠੀਕ ਹੈ ਸਰ, ਹੈਲਥ ਦੀ ਗੱਲ ਕੀਤੀ ਤੁਸੀਂ, ਹੈਲਥ ਇੰਡਸਟਰੀ ਉੱਤੇ ਤੁਹਾਡਾ ਕੋਈ ਫਿਊਚਰ ਜੇ ਫੋਕਸ ਹੈ ਜੇ? ਨਹੀਂ, ਤੁਸੀਂ ਦੇਖੋ, ਮੈਂ ਤਾਂ ਅਸੈਂਬਲੀ ਦੇ ਵਿੱਚ ਮੈਂ ਕਿਹਾ ਕਿ ਦੇਖੋ ਸਾਡੀ ਜਿਹੜੀ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਸ ਯੂਨੀਵਰਸਿਟੀ ਨੂੰ ਵਰਲਡ ਕਲਾਸ ਯੂਨੀਵਰਸਿਟੀ ਬਣਾਓ। ਸਾਡਾ ਗਵਰਨਮੈਂਟ ਮੈਡੀਕਲ ਕਾਲਜ ਹੈ, ਪਹਿਲਾਂ 1 to 10 ਦੇ ਵਿੱਚ ਇੰਡੀਆ ਦੇ ਵਿੱਚ ਹੁੰਦਾ ਸੀ, ਹੁਣ ਪਹਿਲੇ 100 ਦੇ ਵਿੱਚ ਵੀ ਨਹੀਂ ਹੈ। ਇਸ ਨੂੰ ਵੀ ਜੇਕਰ ਅਸੀਂ ਮਤਲਬ ਵਰਲਡ ਕਲਾਸ ਦਾ ਬਣਾਉਣੇ ਹਾਂ ਤਾਂ ਸਾਰੀ ਫੈਸਿਲਿਟੀ ਇੱਥੇ ਮਿਲ ਜਾਊਗੀ, सारी फैसिलिटी इत्थे मिल जाऊगी। फिर देखो हेल्थ का जो सिस्टम है और जो ग्राउंड लेवल पे जो है वो भी प्राइमरी हेल्थ सेंटर है जहाँ मुहल्ला क्लिनिक बनाए जा रहे हैं। साडा CHC है जो कम्युनिटी हेल्थ सेंटर है, तो ये सारा सैटेलाइट हॉस्पिटल बने हुए हैं। सिस्टम ही ठीक करना है, सिस्टम ही ठीक करना है। अगर सिस्टम ठीक हो गया तो हर चीज़, हर इंफ्रास्ट्रक्चर साढ़े सामने मौजूद है। सिस्टम ਨੂੰ ਵਧੀਆ ਕਰਨਾ ਹੈ, ਪੀਪਲ ਫ੍ਰੈਂਡਲੀ ਬਣਾਉਣਾ ਹੈ, ਆਰਗੇਨਾਈਜ਼ ਕਰਨਾ ਹੈ, ਸਿਸਟਮੈਟਿਕ ਕਰਨਾ ਹੈ। ਠੀਕ ਹੈ, ਠੀਕ ਹੈ ਸਰ। ਇੱਕ ਹੋਰ ਕੁਐਸਚਨ ਹੈ, ਪੋਲੀਟੀਸ਼ੀਅਨਸ ਨੂੰ ਇੱਕ ਮੈਰਿਜ ਫੰਕਸ਼ਨਸ ਜਾਂ ਭੋਗ ਤੇ ਕਿਤੇ ਜਾਂਦੇ ਨੇ, ਇਜ਼ ਇਟ ਇੰਪੋਰਟੈਂਟ ਉਹ ਜ਼ਿਆਦਾ ਕਿ ਰਾਦਰ ਦੈਨ ਡੂਇੰਗ ਵਰਕ ਫॉर ਪੀਪਲ? ਦੇਖੋ, ਜਦੋਂ ਤੁਸੀਂ ਸੋਸਾਇਟੀ ਦੇ ਵਿੱਚ ਰਹਿੰਦੇ ਹੋ ਨਾ ਜੀ, सोसाइटी ਦੇ ਵਿੱਚ ਰਹਿੰਦੇ ਹੋ ਤੇ ਇਹ ਸਵਾਲ ਜੋ ਤੁਹਾਡਾ ਹੈ ਠੀਕ ਹੈ ਕਿ ਜੇਕਰ ਤੁਸੀਂ ਪਬਲਿਕ ਸਰਵਿਸ ਕਰ ਰਹੇ ਹੋ ਉਸ ਟਾਈਮ ਦੇ ਵਿੱਚ ਤਾਂ ਜ਼ਿਆਦਾ ਲਾਰਜਰ ਮਤਲਬ ਪਬਲਿਕ ਇੰਟਰਸਟ ਸਰਵ ਕਰੂਗਾ। ਲੇਕਿਨ ਜਦੋਂ ਤੁਸੀਂ ਸੋਸਾਇਟੀ ਦੇ ਵਿੱਚ ਹੋ, ਸਾਰਿਆਂ ਦੇ ਨਾਲ ਜਾਣ ਪਛਾਣ ਹੋ ਜਾਂਦੀ ਹੈ ਤਾਂ ਸਾਰਿਆਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਣਾ ਵੀ ਜ਼ਰੂਰੀ ਹੁੰਦਾ ਹੈ। ਮੰਨ ਲਓ ਮੈਂ ਪੋਲੀਟੀਸ਼ੀਅਨ ਨਹੀਂ ਸੀਗਾ, ਮੈਂ ਅਫਸਰ ਹੀ ਸੀਗਾ, ਫਿਰ ਵੀ ਜੋ ਮੇਰੇ ਜਾਣ ਪਛਾਣ ਦੇ ਲੋਕ ਹੁੰਦੇ ਸੀ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਮੈਂ ਹੁੰਦਾ ਸੀ। ਪੋਲਿਟਿਕਸ ਦੇ ਵਿੱਚ ਆ ਕੇ ਥੋੜਾ ਸਾ ਦੇਖੋ ਇਹ ਜ਼ਿਆਦਾ ਹੋ ਜਾਂਦਾ ਹੈ, ਠੀਕ ਹੈ ਕਿ ਨਹੀਂ। ਲੇਕਿਨ ਇੱਕ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਹੈ। ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ, ਕਿਉਂਕਿ ਜੇਕਰ ਤੁਸੀਂ ਚਲੇ ਗਏ ਸੁੱਖ, ਮੈਂ ਤਾਂ ਇਹੀ ਬੋਲਦਾ ਹਾਂ ਕਿ ਸੁੱਖ ਦੇ ਵਿੱਚ ਜਾਓ ਜਾਂ ਨਾ ਜਾਓ, ਦੁੱਖ ਦੇ ਵਿੱਚ ਜ਼ਰੂਰ ਪਹੁੰਚੋ, ਕੋਸ਼ਿਸ਼ ਤੁਹਾਡੀ ਰਹਿਣੀ ਚਾਹੀਦੀ ਹੈ। ਮੈਂ ਜਿੱਥੇ ਮਤਲਬ ਮੰਨ ਲਓ ਮੈਂ ਅਵੇਲੇਬਲ ਨਹੀਂ ਹੁੰਦਾ ਹਾਂ ਜਾਂ ਕਿਸੇ ਕਾਰਨ ਬਸ, ਤਾਂ ਮੈਂ ਕੋਈ ਨਾ ਕੋਈ ਆਪਣਾ ਨਜ਼ਦੀਕੀ ਜਾਂ ਆਪਣੀ ਪਾਰਟੀ ਦਾ ਆਪਣਾ ਸਪੋਰਟਰ ਮੈਂ ਭੇਜਦਾ ਹਾਂ ਉੱਥੇ ਜੀ, ਠੀਕ ਹੈ। ਮਿਲ ਕੇ ਆਉਣਾ, ਉਸ ਦੇ ਨਾਲ ਹੁੰਦਾ ਕੀ ਹੈ ਕਿ ਜੋ ਦੁੱਖ ਹੈ ਨਾ, ਦੁੱਖ ਥੋੜਾ ਸਾ ਮਤਲਬ ਉਹਦੇ ਵਿੱਚ ਉਹ ਜੇਕਰ ਮੰਨ ਲਓ ਰਿਡਿਊਸ ਹੋ ਗਿਆ तो वो एक ठीक रहता है। तो वो देखो जो तुसी इंटलैक्चुअल ਜਾਂ इंटरनेशनल पॉलिटिक्स ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਹੈ ਕਿ ਦੂਸਰੇ ਸਟੇਟਾਂ ਦੇ ਵਿੱਚ, ਦੂਸਰੇ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਲੋਕੀ ਨਹੀਂ ਜਾਂਦੇ। ਸਾਡਾ ਇੱਥੇ ਸਿਸਟਮ ਹੈ ਕਿ ਜਾਣਾ ਹੀ ਹੁੰਦਾ ਹੈ ਜੇਕਰ, ਕਿਉਂਕਿ ਸਾਰਿਆਂ ਦੇ ਨਾਲ 1 to 1 ਜਾਣ ਪਛਾਣ ਹੁੰਦੀ ਹੈ, ਠੀਕ ਹੈ। ਤੇ ਇਸ ਕਰਕੇ ਜਾਣਾ ਜ਼ਰੂਰੀ ਹੁੰਦਾ ਹੈ। ਜਾਣ ਦੇ ਨਾਲ ਲੋਕੀ ਚੰਗਾ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਰਿਪਰੈਜ਼ੈਂਟੇਟਿਵ ਹੈ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸਾਥ ਹੈ, ਠੀਕ ਹੈ ਨਾ। ਤੇ ਇੱਕ ਮੋਟੀਵੇਸ਼ਨ ਮਿਲਦਾ ਹੈ ਜੀ, ਔਰ ਦੁੱਖ ਵੱਧ ਜਾਂਦਾ ਹੈ। ਤੇ ਮੈਂ ਸਮਝਦਾ ਹਾਂ ਕਿ ਇਹਨੂੰ ਇੱਕ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਹੈ ਕਿ ਆਪਣਾ ਕੰਮ ਵੀ ਕਰੀ ਜਾਓ ਔਰ ਇਹ ਵੀ ਕਰੀ ਜਾਓ। ਮੈਂ ਤਾਂ ਇਹੀ ਕਹਾਂਗਾ। ਸਰ, ਪੋਲੀਟਿਕਸ 'ਚ ਆਉਣ ਤੋਂ ਬਾਅਦ ਕੁਝ ਲੋਕ ਨਾਰਾਜ਼ ਵੀ ਹੁੰਦੇ ਨੇ, ਲਾਈਕ ਜਿਵੇਂ ਤੁਸੀਂ ਨਹੀਂ ਜਾ ਪਾਏ ਕਿਸੇ ਇਵੈਂਟ ਤੇ, ਕਾਗਜ਼ ਸ਼ਡਿਊਲ ਨਾ। ਦੇਖੋ, ਅਬ ਮੰਨ ਲਓ मैं 2 दिन हैदराबाद ਸੀਗਾ, ਸਾਰਿਆਂ ਨੂੰ ਪਤਾ ਹੈ ਕਿ ਮੈਂ हैदराबाद ਦੇ ਵਿੱਚ, ਤਾਂ ਮੇਰੀ ਥਾਂ ਤੇ ਕੋਈ ਹੋਰ ਚਲਾ ਜਾਏਗਾ ਨਾ। ਹਰ ਲੀਡਰ ਦਾ ਕੋਈ ਨਾ ਕੋਈ ਸੈਕੰਡ ਮੈਨ ਹੁੰਦਾ ਹੀ ਹੈ ਨਾ ਜੀ। ਜਾਂ ਟੀਮ ਹੁੰਦੀ ਹੈ, ਟੀਮ ਦਾ ਕੋਈ ਨਾ ਕੋਈ ਜਾਏਗਾ। ਦੇਖੋ, ਉੱਥੇ ਸ਼ੋਅ ਨਹੀਂ ਕਰਨਾ ਹੁੰਦਾ ਹੈ ਜੀ, ਉੱਥੇ ਸੰਵੇਦਨਾ ਵਿਅਕਤ ਕਰਨੀ ਹੁੰਦੀ ਹੈ, ਠੀਕ ਹੈ ਕਿ ਨਹੀਂ। ਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਕੋਈ ਨਾਰਾਜ਼ ਨਹੀਂ ਹੁੰਦਾ ਹੈ, ਔਰ ਤਾਂ ਹੀ ਮੈਂ ਕਿਹਾ ਕਿ ਇੱਕ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਹੈ ਜੀ। ਠੀਕ ਹੈ ਸਰ। ਹੋਰ ਤੁਹਾਡਾ ਕੁਝ ਗੋਲ ਕੀ ਹੈ ਹੁਣ ਅੱਗੇ, ਅਗਲੇ 4 ਸਾਲ ਤੁਹਾਡੇ ਹੋਰ ਰਹਿ ਗਏ ਨੇ ਸਰਕਾਰ ਦੇ? ਮੇਰਾ ਤਾਂ ਇਹੀ ਹੈ, ਟੋਟਲ ਪੋਲੀਟੀਕਲ ਰਿਵੋਲੂਸ਼ਨ, ਠੀਕ ਹੈ। ਔਰ ਸਾਡੀ ਜਿਹੜੀ ਕ੍ਰਾਂਤੀ ਹੈ, ਰਿਵੋਲੂਸ਼ਨ ਹੈ, ਉਹ ਇੰਪਾਵਰਮੈਂਟ ਦੇ ਨਾਲ
ਸਕਸੈਸਫੁਲ ਹੋਣਾ ਹੈ ਤਾਂ ਹੀ ਅਸੀਂ ਜੋ ਮੈਥਡ ਅਸੀਂ ਅਡਾਪਟ ਕੀਤਾ ਉਹ ਮੈਥਡ ਹੈ ਪਾਵਰ ਟੂ ਇੰਪਾਵਰ। ਜਦੋਂ ਕੰਪਲੀਟ ਇੰਪਾਵਰਮੈਂਟ ਹੋ ਜਾਏਗਾ ਤਾਂ ਸਾਡਾ ਜੋ ਟੋਟਲ ਪੋਲੀਟੀਕਲ ਰਿਵੋਲੂਸ਼ਨ ਹੈ ਉਹ ਸਕਸੈਸਫੁਲ ਹੋ ਜਾਏਗਾ। ਫਿਰ ਹਰ ਚੀਜ਼ ਸੋਸਾਇਟੀ ਦੇ ਵਿੱਚ ਸਿਸਟਮ ਦੇ ਵਿੱਚ ਆਪਣੇ ਆਪ ਹੋਣਾ ਸ਼ੁਰੂ ਹੋ ਜਾਏਗਾ ਔਰ ਜਨਤਾ ਆਪਣੇ ਆਪ ਨੂੰ ਇੰਪਾਵਰਡ ਮਹਿਸੂਸ ਕਰੇਗੀ। ਔਰ ਡਿਪੈਂਡੈਂਸ ਜੋ ਹੈ ਨਾ, ਪਹਿਲਾਂ ਲੀਡਰ ਕੀ ਕਰਦੇ ਸੀ ਕਿ ਲੋਕਾਂ ਨੂੰ ਆਪਣੇ ਤੇ ਡਿਪੈਂਡ ਬਣਾ ਕੇ ਰੱਖਦੇ ਸੀ। ਤੇ ਠੀਕ ਹੈ ਜੀ, ਜੇਕਰ ਕੋਈ ਪਰੇਸ਼ਾਨੀ ਆ ਗਈ ਤਾਂ ਲੋਕੀ ਆਉਣਗੇ ਮੇਰੇ ਕੋਲ ਜਾਂ ਮੈਨੂੰ ਅਪਰੋਚ ਕਰਨਗੇ, ਫਿਰ ਮੈਂ ਕਿਸੇ ਅਫਸਰ ਨੂੰ ਕਹਾਂਗਾ, ਫਿਰ ਜਾ ਕੇ ਹੋਊਗਾ। ਮੇਰਾ ਕਨਸੈਪਟ ਹੈ ਕਿ ਪਬਲਿਕ ਨੂੰ ਇੰਪਾਵਰ ਕਰ ਦਿਓ। ਵੋਟ ਤਾਂ ਉਹਨਾਂ ਨੇ ਦੇਖੋ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਦੇਣਾ ਹੈ, ਲੇਕਿਨ ਮੈਂ ਸਮਝਦਾ ਹਾਂ ਕਿ ਜੇਕਰ ਮੈਂ ਇੰਪਾਵਰ ਕਰਦਾ ਹਾਂ ਤਾਂ ਉਸ ਦੇ ਨਾਲ ਮੈਨੂੰ ਵੋਟ ਜ਼ਿਆਦਾ ਮਿਲੂਗਾ। ਠੀਕ ਹੈ, ਤਾਂ ਮੈਂ ਆਪਣੇ ਤੇ ਡਿਪੈਂਡ ਬਣਾ ਕੇ ਨਹੀਂ ਰੱਖਦਾ, ਮੈਂ ਉਹਨਾਂ ਨੂੰ ਇੰਪਾਵਰ ਕਰਨਾ। ਔਰ ਜਦੋਂ ਆਪਣੇ ਆਪ ਨੂੰ ਇੰਪਾਵਰਡ ਫੀਲ ਕਰਨਗੇ ਤਾਂ ਉਸ ਦੇ ਨਾਲ ਕੀ ਹੋਊਗਾ ਕਿ ਓਵਰਆਲ ਸੁਸਾਇਟੀ ਦੇ ਵਿੱਚ ਇੰਪਰੂਵਮੈਂਟ ਆਏਗਾ। ਸਾਡਾ ਸ਼ਹਿਰ, ਸਾਡਾ ਸਟੇਟ, ਸਾਡਾ ਮੁਲਕ ਤਰੱਕੀ ਕਰੇਗਾ। ਔਰ ਅਸੀਂ ਵੀ ਜੋ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ ਉਸ ਗਲੋਬਲਾਈਜੇਸ਼ਨ ਦੇ ਕੰਪੀਟੀਸ਼ਨ ਦੇ ਵਿੱਚ ਅਸੀਂ ਚੰਗੇ ਤਰੀਕੇ ਦੇ ਨਾਲ ਅਸੀਂ ਅੱਗੇ ਆਵਾਂਗੇ, ਸਾਡਾ ਮੁਲਕ ਅੱਗੇ ਆਏਗਾ, ਸਾਡੇ ਲੋਕ ਅੱਗੇ ਆਉਣਗੇ। ਇਹ ਸਾਡਾ ਕਨਸੈਪਟ ਹੈ। ਓਕੇ ਸਰ, ਕਹਿੰਦੇ ਹੈ ਕਿ ਆਮ ਆਦਮੀ ਪਾਰਟੀ ਦੀ ਵੇਵ ਆਈ ਸੀ, ਉਸ ਤੋਂ ਬਾਅਦ ਥੋੜਾ ਕ੍ਰਿਟਿਸਿਜ਼ਮ ਵੀ ਸਹਿਣਾ ਪਿਆ, ਤਾਂ ਤੁਹਾਡੇ ਨਾਲ ਵੀ ਕੁਝ ਐਸੀ ਕੋਈ ਘਟਨਾ ਵਾਪਰੀ ਹੈ? ਅਸੀਂ ਪਾਰਟੀ ਪੋਲਿਟਿਕਸ ਦੀ ਗੱਲ ਬਾਅਦ ਦੇ ਵਿੱਚ ਕਰਾਂਗੇ। ਨੈਕਸਟ ਐਪੀਸੋਡ ਤੁਸੀਂ ਕਰੋਗੇ ਨਾ ਤਾਂ ਟੋਟਲ ਉਹਦੇ ਵਿੱਚ ਪੋਲੀਟੀਕਲ ਕਰਾਂਗੇ ਤਾਂ ਤੁਹਾਨੂੰ ਮੈਂ ਦੱਸਾਂਗਾ, ਖੁੱਲ ਕੇ ਮੈਂ ਗੱਲ ਕਰਾਂਗਾ। ਚਲੋ ਠੀਕ ਹੈ, ਓਕੇ ਗॉट ਇਟ। ਸਰ ਇੱਕ ਚੀਜ਼, ਤੁਹਾਨੂੰ ਬੁੱਕਸ ਲਿਖਣ ਦਾ ਸਰ ਸ਼ੌਂਕ ਹੈ ਜੀ, ਤੇ ਕਿਹੜੀ बुक्स ਤੁਸੀਂ? देखो मेरी आरटीआई ਤੇ ਕਿਤਾਬ ਹੈ और वो टेक्स्ट बुक भी है, खासकर लॉ कॉलेज ਦੇ ਵਿੱਚ ਪੜ੍ਹਾਈ ਜਾਂਦੀ ਹੈ। और जो ਆਮ ਲੋਕ ਨੇ ਉਹਨਾਂ ਵਾਸਤੇ ਵੀ ਹੈ, ਜੋ ਪਬਲਿਕ ਅਥਾਰਟੀਜ਼ ਹੈ ਉਹਨਾਂ ਵਾਸਤੇ ਵੀ ਹੈ। ਔਰ ਸਾਈਬਰ ਕ੍ਰਾਈਮ ਦਾ ਜ਼ਮਾਨਾ ਹੈ, ਮੈਨੂੰ 2 ਸਾਲ ਸਾਈਬਰ ਕ੍ਰਾਈਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਸਾਈਬਰ ਲਾਅ ਤੇ ਵੀ ਕਿਤਾਬ ਲਿਖੀ ਹੈ, ਸਾਈਬਰ ਕ੍ਰਾਈਮ ਤੇ ਲਿਖੀ ਹੈ। ਸਪਿਰਿਚੁਅਲ ਵੀ ਮੇਰਾ ਥੋੜਾ ਸਾ ਇੰਟਰਸਟ ਹੈ, ਤਾਂ ਮੈਂ ਸੰਤ ਕਬੀਰ ਦੇ ਅਨਮੋਲ ਵਚਨ ਪੰਜਾਬੀ ਦੇ ਵਿੱਚ ਇੱਕ ਛੋਟੀ ਸੀ ਕਿਤਾਬ ਹੈ ਉਹ ਲਿਖੀ ਹੋਈ ਹੈ। ਪੁਲਿਸ ਤੋਂ ਰਿਲੇਟਡ ਕੁਝ ਕਿਤਾਬ ਨੇ। ਤੇ ਇਸ ਤਰੀਕੇ ਦੇ ਨਾਲ ਮੈਂ ਮਤਲਬ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ ਔਰ ਜਿਸ ਦੇ ਉੱਤੇ ਮੇਰੀ ਪਕੜ ਹੈ, ਮੈਂ ਇਹੀ ਸਭ ਲਿਖਦਾ। ਸਰ ਕੋਈ ਨਿਊ ਬੁੱਕ ਤੁਸੀਂ ਇਸ ਲਈ ਲਿਖ ਰਹੇ ਹੋ? ਮੈਂ ਦੱਸਾਂਗਾ, ਮੈਂ ਜਦੋਂ ਕਿਤਾਬ ਆ ਜਾਂਦੀ ਹੈ ਨਾ ਫਿਰ ਮੈਂ। ਸਰ ਤੁਹਾਡੀ ਕੁਝ YouTube ਵੀਡੀਓਜ਼ ਵੀ ਨੇ ਬੱਚਿਆਂ ਨੂੰ ਪੜ੍ਹਾਉਂਦੇ ਹੋਏ? ਪਹਿਲਾਂ ਹੀ ਮੈਂ ਕਿਹਾ ਕਿ ਦੇਖੋ ਬੱਚਿਆਂ ਦੇ ਨਾਲ ਮਿਲਣਾ, ਪੜ੍ਹਨਾ, ਪੜ੍ਹਾਉਣਾ ਮੇਰਾ ਸ਼ੌਕ ਹੈ। ਤੇ ਜਦੋਂ ਲੋਕਡਾਊਨ ਹੋਇਆ ਸੀ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਵੇ ਔਰ ਆਨਲਾਈਨ ਕਲਾਸਿਸ ਸਟਾਰਟ ਨਹੀਂ ਹੋਏ ਸੀ। ਤਾਂ ਮੈਂ YouTube ਦੇ ਉੱਤੇ 10th ਕਲਾਸ ਨੂੰ ਮੈਥਮੈਟਿਕਸ ਪੜ੍ਹਾਉਣਾ ਸ਼ੁਰੂ ਕੀਤਾ ਜੀ, ਕਿਉਂਕਿ ਮੰਨ ਲਓ ਮੈਨੂੰ ਮੈਥਮੈਟਿਕਸ ਦਾ ਨੌਲੇਜ ਹੈ ਔਰ ਕੋਈ ਗੁੰਮਰਾਹ ਹੋ ਰਿਹਾ ਹੈ ਜਾਂ ਬੱਚੇ ਨਹੀਂ ਪੜ੍ਹ ਰਹੇ ਨੇ ਤਾਂ ਮੈਂ ਮਤਲਬ 10th ਕਲਾਸ ਦਾ ਤੁਸੀਂ ਲੀਨੀਅਰ ਇਕੁਏਸ਼ਨ, ਟ੍ਰਿਗੋਨੋਮੈਟਰੀ ਵਰਗੇ ਦੇਖੋ ਟੌਪਿਕਸ ਮੈਂ ਕਰਾਇਆ ਔਰ ਟੀਚਰਸ ਨੇ ਵੀ ਕਾਫੀ ਉਸ ਨੂੰ ਐਪਰੀਸ਼ੀਏਟ ਕੀਤਾ। ਔਰ ਖਾਸ ਕਰਕੇ ਮੈਨੂੰ ਇਹ ਚੰਗਾ ਲੱਗਿਆ ਕਿ ਟੀਚਰਸ ਨੇ, ਪ੍ਰਿੰਸੀਪਲਸ ਨੇ ਉਸ ਲਿੰਕ ਨੂੰ ਕਾਫੀ ਸ਼ੇਅਰ ਕੀਤਾ। ਬਾਅਦ ਦੇ ਵਿੱਚ ਤਾਂ ਦੇਖੋ ਬਹੁਤ ਸਾਰੇ ਐਪ ਵਗੈਰਾ ਆ ਗਏ ਔਰ ਸਕੂਲਾਂ ਕਾਲਜਾਂ ਦੇ ਵਿੱਚ ਆਨਲਾਈਨ ਕਲਾਸਿਸ ਮਤਲਬ ਉਹ ਸਟਾਰਟ ਹੋ ਗਏ। ਲੇਕਿਨ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਹੀ YouTube ਦੇ ਰਾਹੀਂ ਮੈਥਮੈਟਿਕਸ ਪੜ੍ਹਾਉਣਾ ਸ਼ੁਰੂ ਕੀਤਾ ਸੀ। ਤਾਂ ਮੈਨੂੰ ਇਹ ਲੱਗਿਆ ਕਿ YouTube ਦੇ ਵਿੱਚ ਹਰ ਵਿਅਕਤੀ ਆਪਣੇ ਆਪਣੇ ਹਿਸਾਬ ਦੇ ਨਾਲ ਸਹਿਯੋਗ ਕਰ ਰਿਹਾ ਹੈ। ਤੇ ਫਿਰ ਐਜੂਕੇਸ਼ਨ ਜੋ ਹੈ ਨਾ, ਐਜੂਕੇਸ਼ਨ ਦੇ ਰਾਹੀਂ ਮੈਂ ਵੀ ਸੋਸਾਇਟੀ ਨੂੰ, ਖਾਸ ਕਰ ਸਟੂਡੈਂਟਸ ਦੇ ਨਾਲ ਮੈਂ ਕਾਫੀ ਜ਼ਿਆਦਾ ਉਹ ਕਰਦਾ ਸੀ। ਤੇ ਇਹ ਚੀਜ਼ ਸੀਗਾ। ਠੀਕ ਹੈ ਸਰ, MLA ਬਣਨ ਤੋਂ ਬਾਅਦ ਕੀ ਡਿਊਟੀਆਂ ਵੱਧ ਗਈਆਂ ਨੇ? ਉਹਦਾ ਦੱਸ ਦਿੰਦਾ ਮੈਂ ਕਿ ਪਾਰਟੀ ਡਿਊਟੀਆਂ ਔਰ ਫੈਮਿਲੀ ਡਿਊਟੀਆਂ ਜੇ ਕੁਝ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ? ਫਿਰ ਨਹੀਂ ਦੇਖੋ, ਜੋ ਡਿਊਟੀ ਪਾਰਟੀ ਵੱਲੋਂ ਲਗਾਈ ਜਾਂਦੀ ਹੈ ਉਹ ਵੀ ਕਰਨਾ ਹੁੰਦਾ ਹੈ। ਫਿਰ ਤੁਸੀਂ ਦੇਖੋ ਜੋ ਡਿਊਟੀ ਬਤੌਰ MLA ਪਬਲਿਕ ਉਮੀਦ ਕਰਦੀ ਹੈ ਤੁਹਾਡੇ ਤੋਂ ਉਹ ਵੀ ਕਰਨਾ ਹੁੰਦਾ ਹੈ। ਜੋ ਤੁਸੀਂ ਫੈਮਿਲੀ ਡਿਊਟੀ ਕਰ ਰਹੇ ਹੋ ਉਹ ਹਮੇਸ਼ਾ ਮਤਲਬ ਤੁਸੀਂ ਦੇਖੋਗੇ ਉਹ ਬੈਲੈਂਸ ਨਹੀਂ ਬਣ ਸਕਦਾ ਹੈ। ਠੀਕ ਹੈ, ਜਦੋਂ ਤੁਸੀਂ ਪਬਲਿਕ ਲਾਈਫ ਦੇ ਵਿੱਚ ਆ ਗਏ, ਖਾਸ ਕਰ ਮਤਲਬ ਇਸ ਰਾਜਨੀਤਿਕ ਫੀਲਡ ਦੇ ਵਿੱਚ, ਤਾਂ ਉਸ ਦੇ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਪੁਆਇੰਟ ਤੇ ਜਾ ਕੇ ਸੈਕਰੀਫਾਈਸ ਕਰਨਾ ਪੈਂਦਾ ਹੈ ਔਰ ਉਹ ਫੈਮਿਲੀ ਮੈਂਬਰਸ ਨੂੰ ਪਤਾ ਹੁੰਦਾ ਹੈ।
ਠੀਕ ਹੈ ਨਾ, ਕਿ ਜਦੋਂ ਤੁਸੀਂ ਰਾਜਨੀਤੀ Family ਦੇ ਵਿੱਚ complaint ਆ ਕਰਦੇ ਗਏ ਕਿ ਫਿਰ ਤਾਂ ਪਾਪਾ ਉਹਨਾਂ ਦਾ ਮਾਈਂਡ ਵੀ ਹੈ ਨਾ, ਉਹਨਾਂ ਦਾ ਵੀ ਮਾਈਂਡ ਮੇਕਅਪ ਰਹਿੰਦਾ ਹੈ ਕਿ ਅੰਡਰਸਟੂਡ ਹੋ ਹਾਂ, ਜਾਂਦਾ ਹੈ। ਤਾਂ ਉਹ ਕਿ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਤਾਂ ਇਸ ਤਰੀਕੇ ਦਾ ਹੋਊਗਾ। ਸਾਡੀ ਕੋਈ ਪ੍ਰਾਈਵੇਸੀ ਨਹੀਂ ਹੁੰਦੀ ਹੈ, ਅਸੀਂ ਜਿੱਥੇ ਹੁੰਦੇ ਹਾਂ ਲੋਕੀ ਉੱਥੇ ਪਹੁੰਚ ਜਾਂਦੇ ਨੇ, ਔਰ ਉਹਨਾਂ ਦਾ ਹੱਕ ਬਣਦਾ ਹੈ ਜੀ, ਔਰ ਅਸੀਂ ਇਹ ਸਮਝਦੇ ਹਾਂ ਕਿ ਠੀਕ ਹੈ ਉਹਨਾਂ ਦਾ ਹੱਕ ਹੈ। ਤਾਂ ਇਸ ਕਰਕੇ ਦੇਖੋ ਮਤਲਬ ਐਸੇ ਹੀ ਚੱਲਦਾ ਹੈ। ਔਰ ਜਦੋਂ ਲੇਕਿਨ ਸਾਡਾ ਰਿਵੋਲੂਸ਼ਨ ਸਕਸੈਸਫੁਲ ਹੋ ਜਾਏਗਾ ਨਾ, ਤਾਂ ਹਰ ਚੀਜ਼ ਇੱਕ ਮਤਲਬ ਸਿਸਟਮੈਟਿਕ ਤਰੀਕੇ ਦੇ ਨਾਲ ਹੋ ਜਾਣਾ। ਬਟ ਸਰ ਫੈਮਿਲੀ ਕੰਪਲੇਂਟ ਨਹੀਂ ਦੇਖੋ ਮੈਂ ਤੁਹਾਨੂੰ ਕਲੀਅਰ ਕਿਹਾ ਨਾ ਕਿ ਦੇਖੋ ਕੰਪਲੇਂਟ ਤਾਂ ਰਹੇਗਾ ਹੀ ਰਹੇਗਾ, ਲੇਕਿਨ ਫੈਮਿਲੀ ਮੈਂਬਰਸ ਨੂੰ ਇਹ ਪਤਾ ਹੁੰਦਾ ਹੈ ਕਿ ਇਹ ਲਾਈਫ ਹੀ ਇਸ ਤਰੀਕੇ ਦੀ ਹੈ, ਤਾਂ ਉਹਨਾਂ ਦਾ ਮਾਈਂਡ ਪਹਿਲਾਂ ਤੋਂ ਹੀ ਮਤਲਬ ਮੇਕਅਪ ਹੁੰਦਾ ਹੈ ਕਿ ਹਾਂ ਦੇਖੋ ਇਹਦੇ ਵਿੱਚ ਟਾਈਮ ਮਿਲਣਾ ਨਹੀਂ, ਸਵੇਰੇ 7 ਵਜੇ ਪਬਲਿਕ ਆਏਗੀ ਮਿਲਣ ਵਾਸਤੇ। ਤੁਸੀਂ ਇਹ ਮੇਰੀ ਤਾਂ ਆਦਤ ਨਹੀਂ ਹੈ ਕਿ ਮੈਂ ਕਹਾਂ ਕਿ ਮੈਂ 9 ਵਜੇ ਹੀ ਮਿਲਾਂਗਾ ਜੀ, ਜਦੋਂ ਲੋਕੀ ਆ ਗਏ ਜੀ ਠੀਕ ਹੈ ਜੀ ਮਿਲ ਲਓ, ਜਦੋਂ ਟਾਈਮ ਮਿਲ ਗਿਆ ਤਿਆਰ ਹੋ ਜਾओ। हाँ जिथे शेड्यूल्ड प्रोग्राम है तो छेती तैयार होकर जाओ। और वो पब्लिक लाइफ ਦੇ ਵਿੱਚ ਤੁਸੀਂ ਹਰ ਚੀਜ਼ ਪਬਲਿਕ ਵਾਸਤੇ ਕਰ ਰਹੇ ਹੋ, ਤੇ ਇਸ ਕਰਕੇ ਤੁਹਾਡਾ ਆਪਣਾ ਨਿੱਜੀ ਕੁਝ ਵੀ ਨਹੀਂ ਹੁੰਦਾ। ठीक है जी, ये है। और मैं यही कहूँगा कि ਤੁਸੀਂ जो अपना पॉडकास्ट पंजाबी मीडियम जो पंजाबी मीडियम जो है ਤੁਸੀਂ ਚੰਗੀਆਂ ਗੱਲਾਂ ਮਤਲਬ ਸ਼ੇਅਰ ਕਰ ਰਹੇ ਹੋ, ਜਨਤਾ ਦੇ ਸਾਹਮਣੇ ਲਿਆ ਰਹੇ ਹੋ। ਯੂਥ ਓਰੀਐਂਟਡ ਹੈ ਸਰ। ਤਾਂ ਹਾਂ, ਤਾਂ ਯੂਥ ਨੂੰ ਉਸ ਦੇ ਨਾਲ ਪ੍ਰੋਤਸਾਹਨ ਮਿਲਣਾ ਹੈ, ਔਰ ਤੁਹਾਡੇ ਨਾਲ ਹੋਵਾਂਗੇ, ਔਰ ਅਸੀਂ ਇਸ ਮੁਹਿੰਮ ਦੇ ਵਿੱਚ ਤੁਹਾਡੀ ਸਪੋਰਟ ਕਰਾਂਗੇ ਜੀ। ਸਰ ਯੂਥ ਲਈ ਕੋਈ ਮੈਸੇਜ ਯੰਗ ਬੱਚਿਆਂ ਲਈ? ਦੇਖੋ ਮਿਹਨਤ ਕਰਨੀ ਚਾਹੀਦੀ ਹੈ। ਮੈਂ ਤਾਂ ਸਾਰੇ ਜੋ ਜਿੱਥੇ ਹੈ ਜੋ ਕੰਮ ਕਰ ਰਿਹਾ ਹੈ ਯੂਥ, ਪੜ੍ਹਾਈ ਕਰ ਰਿਹਾ ਹੈ, ਪੜ੍ਹਾਈ ਦੇ ਵਿੱਚ ਮਿਹਨਤ ਕਰੋ, ਔਰ कोई रोजगार कर रहे हो, कोई भी मतलब नौकरी कर रहे हो, मेहनत करना देखो बहुत जरूरी ਹੁੰਦਾ ਹੈ। ਮਿਹਨਤ ਔਰ ਨੇਕ ਨੀਅਤੀ ਇਹ ਮੂਲ ਮੰਤਰ ਹੁੰਦਾ ਹੈ ਜੀ ਸਕਸੈਸ ਦਾ। ਸਕਸੈਸ ਉਹ ਹੁੰਦਾ ਹੈ ਕਿ ਆਪਣਾ ਕੰਮ ਕਰਦੇ ਕਰਦੇ ਤੁਸੀਂ ਸੋਸਾਇਟੀ ਦੀ ਸੇਵਾ ਕਰੋ, ਕਿਉਂਕਿ ਸੇਵਾ ਨੂੰ ਹੀ ਸਭ ਤੋਂ ਵੱਡਾ ਧਰਮ ਕਿਹਾ ਗਿਆ ਹੈ। ਤਾਂ ਜੇਕਰ ਤੁਸੀਂ ਸੇਵਾ ਕਰਦੇ ਹੋ ਨਾ, ਤਾਂ ਉਹਦੇ ਵਾਸਤੇ ਮਿਹਨਤ ਕਰਨਾ ਜ਼ਰੂਰੀ ਹੈ, ਔਰ ਨੇਕ ਨੀਅਤੀ ਬਹੁਤ ਜ਼ਰੂਰੀ ਹੈ ਜੀ। ਠੀਕ ਹੈ, ਇਹੀ ਮੇਰਾ ਸੰਦੇਸ਼ ਹੈ, ਮਿਹਨਤ ਔਰ ਨੇਕ ਨੀਅਤੀ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਜੀ, ਸਾਨੂੰ ਥੈਂਕ ਯੂ ਟਾਈਮ ਵੈਰੀ ਦੇਣ ਲਈ ਮਚ, ਆਪਣਾ। ਥੈਂਕ ਯੂ। ਐਂਡ ਸਰ ਪੰਜਾਬੀ ਮੀਡੀਅਮ ਸਾਡਾ ਮਾਧਿਅਮ ਹੈ, ਤੁਹਾਨੂੰ ਕਿੱਦਾਂ ਦਾ ਲੱਗਾ ਸਰ ਗੱਲ? ਨਹੀਂ ਬਹੁਤ ਵਧੀਆ ਜੀ, ਬਹੁਤ ਵਧੀਆ। ਥੈਂਕ ਯੂ ਸਰ। ਓਕੇ, ਥੈਂਕ ਯੂ।